ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਦਿਲ ਹੋ ਮੁਹੱਬਤ ਜਿਨ, ਸੇਈ ਸੱਚਿਆ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਰਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ। ਵਿਸਰਿਆ ਜਿਨ ਨਾਮ, ਤੇ ਪੋਏ ਪਾਰ ਥੀਏ। ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਇਸਕਾ ਮੋਲ। ਪਾਕ ਪਰਵਦਗਾਰ ਤੂੰ, ਖੁਦ ਖਸਮ ਵਡਾਇਆ ਤੋਲ। ਮੀਰਾਂ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੇ। ਸੱਚ ਸਾਹਬੰਦੀ ਮੋਚ, ਹੁਕਮ ਰਜਾਈ ਸਾਖਤੀ। ਦਰਗਹ ਸਚ ਕਬੂਲ, ਸਾਹਿਬ ਲੇਖਾ ਮੰਗਸੀ। ਦੁਨੀਆ ਦੇਖ ਨ ਭੂਲ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸੁਆਮੀ। ਮਾਨਸ ਕੀ ਗਤ ਇਹੀ, ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਅੱਲ੍ਹਾ ਕੀ ਕਰ ਬੰਦਗੀ, ਜਿਹ ਸਿਮਰਤ ਦੁਖ ਜਾਏ। ਦਿਲ ਮਹਿ ਸਾਈਂ ਪ੍ਰਗਟੈ, ਬੁਝੈ ਬਲੰਤੀ ਨਾਏ। ਦਿਲ ਮਹਿ ਸਾਈਂ ਪ੍ਰਗਟੈ, ਬੁਝੈ ਬਲੰਤੀ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ, ਦਇਆਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ।
ਤਿਨਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਾਮਤ ਹੈ, ਅਪਾਰ ਬਖਸ਼ਿਸ਼ ਹੈ। ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦਿਆਂ, ਸ਼ਬਦ ਦੀ ਸਾਧਨਾ ਕਰਦਿਆਂ, ਆਪਣੇ ਜੀਵਨ ਦੀ ਸਭ ਤੋਂ ਅਮੋਲਕ ਕਾਰ ਕਮਾਉਂਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਨੂੰ ਅਧਿਆਤਮਕ ਅਰਥਾਂ ਦੇ ਵਿੱਚ ਸਫਲ ਕਰਨ ਦਾ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਅੱਲ੍ਹ ਕੀ ਕਰ ਬੰਦਗੀ, ਜਿਹ ਸਿਮਰਤ ਦੁਖ ਜਾਏ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸਲੋਕਾਂ ਦੇ ਅੰਦਰ 2 ਸਲੋਕਾਂ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਨਿਵਾਜਿਸ਼ ਕੀਤੀ ਸੀ ਕਿ ਜਦ ਮਨੁੱਖ ਪ੍ਰਭੂ ਦੀ ਹੋਂਦ ਨੂੰ ਆਪਣੇ ਦਿਲ ਅੰਦਰ ਨਹੀਂ ਜਾਣਦਾ, ਜਾਂ ਉਹ ਪ੍ਰਭੂ ਦੀ ਵਿਆਪਕਤਾ ਨੂੰ, ਉਹਦੀ ਮੌਜੂਦਗੀ ਨੂੰ ਕਣ ਕਣ ਦੇ ਵਿੱਚ ਨਹੀਂ ਸਮਝਦਾ, ਤਦ ਉਸ ਨੂੰ ਪੁਕਾਰਨ ਦਾ ਯਤਨ ਉੱਚਾ ਕਰਦਾ ਹੈ। ਪਰ ਅੰਤਰੀਵੀ ਭੇਦ ਨਾ ਸਮਝਣ ਕਰਕੇ, ਆਪਣੀ ਸ਼ਾਹ ਰਗ ਤੋਂ ਵੀ ਨੇੜੇ ਉਸ ਮਾਲਕ ਦੀ ਵਿਆਪਕਤਾ ਨੂੰ, ਉਹਦੇ ਨੂਰ ਨੂੰ ਨਾ ਸਮਝਣ ਕਰਕੇ ਮਨੁੱਖ ਅਣਜਾਣ ਰਹਿੰਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਨੇ ਮੁੱਲਾ ਨੂੰ ਸੰਬੋਧਿਤ ਕੀਤਾ ਸੀ ਕਿ ਸਾਈਂ ਬਹਿਰਾ ਨਹੀਂ ਹੈ, ਬਹਿਰੇ ਅਸੀਂ ਹਾਂ ਜਿਹੜੇ ਸਾਨੂੰ ਹਿਰਦੇ ਅੰਦਰ ਪ੍ਰਭੂ ਦੀ ਸੱਦ ਨਾ ਸੁਣਾਈ ਦਿੰਦੀ ਹੈ ਅਤੇ ਨਾ ਉੱਥੋਂ ਸੁਣ ਕੇ ਅਸੀਂ ਉਹਦੇ ਵਿੱਚ ਪੂਰਾ ਇੱਕ ਸੁਰ ਹੋਣ ਦਾ ਯਤਨ ਕਰਦੇ ਹਾਂ। ਅਤੇ ਨਾਲ ਹੀ ਬਖਸ਼ਿਸ਼ ਕੀਤੀ ਸੀ ਕਿ ਜਿਹੜੀ ਧਰਮ ਯਾਤਰਾ ਹੁੰਦੀ ਹੈ, ਭਾਵ ਕਿ ਜਿੰਨਾ ਚਿਰ ਮਨੁੱਖ ਧਰਮ ਦੇ ਗੁਣਾਂ ਦੇ ਅਨੁਸਾਰ ਨਹੀਂ ਆਪਣੇ ਜੀਵਨ 'ਚ ਟਲਿਆ, ਤਾਂ ਉਹਦੀ ਯਾਤਰਾ ਦੇ ਕੀ ਅਰਥ ਰਹਿ ਜਾਂਦੇ ਹਨ। ਤਾਂ ਕਰਕੇ ਬਖਸ਼ਿਸ਼ ਕੀਤੀ ਸੀ, ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ। ਧਰਮ ਮੰਦਰ 'ਤੇ ਜਾਣ ਦਾ ਅਰਥ ਹੈ, ਉਂਝ ਸਾਡਾ ਜੀਵਨ ਮਾਇਆ ਦੀ ਬਿੱਖ ਵਾਲਾ ਹੈ, ਪਰ ਧਰਮ ਮੰਦਰ 'ਤੇ ਸਜਦਾ ਕਰਨ ਦਾ ਮਤਲਬ ਉੱਥੋਂ ਦਾ ਜਿਹੜਾ ਉੱਚਾ ਰੂਹਾਨੀ ਜੀਵਨ ਹੈ, ਉਸ ਜੀਵਨ ਦੀ ਤਰਜ਼ ਨੂੰ ਅਪਣਾ ਲੈਣਾ, ਇਹ ਯਾਤਰਾ ਦਾ ਮਨੋਰਥ ਹੁੰਦਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਅੱਲ੍ਹ ਕੀ ਕਰ ਬੰਦਗੀ, ਜਿਹ ਸਿਮਰਤ ਦੁਖ ਜਾਏ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ ਕਿ ਮਨੁੱਖ ਅੱਲਾਹ ਤਾਲਾ ਦੀ ਬੰਦਗੀ ਕਰਨ ਦਾ ਸਦੀਵੀ ਯਤਨ ਕਰ, ਤਾਂ ਕਿ ਜਿਹਦੇ ਅਭਿਆਸ ਨਾਲ ਤੇਰੇ ਸਾਰੇ ਦੁੱਖ ਦਰਦ ਦਾ, ਵਿਘਨ ਦਾ ਨਾਸ਼ ਹੋ ਜਾਵੇ। ਅਤੇ ਬੰਦਗੀ ਦਾ ਇੱਕ ਤਾਂ ਭਾਵ ਇਹ ਹੈ ਕਿ ਤੇਰੇ ਜੀਵਨ 'ਚ ਦੁੱਖ ਨਾਸ਼ ਹੋਏਗਾ, ਦੂਜਾ ਭਾਵ ਇਹ ਹੈ ਕਿ ਤੇਰੇ ਹਿਰਦੇ ਅੰਦਰ ਤੈਨੂੰ ਸਾਈਂ ਦਾ, ਮਾਲਕ ਦਾ ਪ੍ਰਕਾਸ਼ ਦਿਖਾਈ ਦੇਵੇਗਾ, ਅਤੇ ਜਿਹੜੀ ਸੰਸਾਰ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਜਗਤ ਸੜ ਰਿਹਾ ਹੈ, ਉਹ ਸਾਰੀ ਬੁਝ ਜਾਏਗੀ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ, ਵਾਚਣ ਦਾ, ਇਸ ਦੇ ਭਾਵ ਬੁੱਝਣ ਦਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਹੈ, ਕਬੀਰ ਅੱਲ੍ਹ ਕੀ ਕਰ ਬੰਦਗੀ। 2 ਸ਼ਬਦ ਬੜੇ ਧਿਆਨ ਗੋਚਰੇ ਹਨ, ਇੱਕ ਅੱਲ੍ਹ ਅਤੇ ਇੱਕ ਬੰਦਗੀ। ਕਰ ਉਹਦੀ ਕਿਰਿਆ ਰੂਪ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਨੁੱਖ ਇਸ ਰੂਹੇ ਜ਼ਮੀਨ 'ਤੇ ਆਪਣੇ ਦੁਰਲੱਭ ਮਨੁੱਖਾ ਜੀਵਨ ਦਾ ਅਵਸਰ ਪ੍ਰਾਪਤ ਕਰਕੇ ਆਉਂਦਾ ਹੈ। ਦੇਹ ਦਾ ਅਮੋਲਕ ਆਕਾਰ ਉਹਨੂੰ ਪ੍ਰਾਪਤ ਹੁੰਦਾ ਹੈ, ਪ੍ਰਾਣਾਂ ਦੀ ਬੇਸ਼ਕੀਮਤੀ ਅਹੁਦ ਮਿਲਦੀ ਹੈ, ਰਿਜ਼ਕ ਦਾ ਬੜਾ ਵੱਡਾ ਆਜੀਵਨ ਪਰ ਆਧਾਰ ਮਿਲਦਾ ਹੈ, ਮਾਲਕ ਦੀ ਰਚੀ ਹੋਈ ਸੋਹਣੀ ਰਚਨਾ ਦੇ ਵਿੱਚ ਆਪਣੇ ਜੀਵਨ ਦੇ ਦਿਨ ਬਿਤਾਉਣ ਦਾ ਸਮਾਂ ਮਿਲਦਾ ਹੈ।
ਇਸ ਸਾਰੇ ਕੁਝ ਦੇ ਵਿੱਚ ਵਿਚਰਦਿਆਂ ਮਨੁੱਖ ਸਿਰਜਣਹਾਰ ਨੂੰ ਰਚਨਾ ਵਿੱਚ ਵਿਚਰਦਾ ਹੈ, ਪਰ ਰਚਨਹਾਰ ਨੂੰ ਨਹੀਂ ਜਾਣਦਾ। ਰਵਸਤ ਜਿਹੜੀ ਸਿਰਜਣਹਾਰ ਹੈ, ਸਿਰਜਣਹਾਰ ਦੀ ਹਰੇਕ ਸਿਰਜਣਾ ਨੂੰ ਜਾਣਦਾ ਹੈ, ਬੁੱਝਦਾ ਹੈ, ਪਰ ਉਹਦੇ ਅੰਦਰੋਂ ਸਿਰਜਣਹਾਰ ਦਾ ਭੇਦ ਨਹੀਂ ਲੱਭ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬੰਦਗੀ ਸ਼ਬਦ ਤੋਂ ਪਹਿਲਾਂ ਅੱਲਾ ਵਰਤਿਆ, ਭਾਵ ਕਿ ਉਹ ਮਾਲਕ ਇਸ ਜਗਤ ਵਿੱਚ ਵਿਆਪਕ ਹੈ ਹਰੇਕ ਨੁਕਤੇ ਤੋਂ, ਹਰੇਕ ਪੱਖ ਤੋਂ, ਪਰ ਮਨੁੱਖ ਦੇ ਬੁੱਝਣ ਦੀ ਇੱਕ ਸੀਮਾ ਹੈ। ਉਹ ਆਕਾਰਾਂ ਨੂੰ, ਰੂਪਾਂ ਨੂੰ, ਰੰਗਾਂ ਨੂੰ ਦੇਖ ਕੇ ਇਹਦੇ ਵੱਡੇ ਸਿਰਜਣਹਾਰ ਦੀ ਪ੍ਰਤੀ ਆਪਣੀ ਦ੍ਰਿਸ਼ਟ ਨਹੀਂ ਲਗਾਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਅੱਲਾ ਸ਼ਬਦ ਕਹਿਣ ਦਾ ਭਾਵ ਇਹ ਹੈ ਕਿ ਜੇ ਉਹ ਆਕਾਸ਼ ਵਿੱਚ ਕਿਹਾ ਜਾਂਦਾ ਹੈ ਤਾਂ ਉਹ ਧਰਤ ਦੇ ਵਿੱਚ ਵੀ ਵਿਆਪਕ ਹੈ। ਹਰੇਕ ਆਕਾਰ ਦੇ ਅੰਦਰ ਉਹਦਾ ਨੂਰ ਪ੍ਰਕਾਸ਼ਮਾਨ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਰ ਬੰਦਗੀ। ਹੁਣ ਬੰਦਗੀ ਸ਼ਬਦ ਆਪਣੇ ਆਪ ਦੇ ਵਿੱਚ ਬੜਾ ਗੁਹਜਪੂਰਨ ਹੈ। ਕਿਤਨੀ ਵੀ ਵਸੀਹੀ ਵਿਆਖਿਆ ਕਿਉਂ ਨਾ ਕੀਤੀ ਜਾਵੇ, ਇਸ ਸ਼ਬਦ ਦੇ ਅੰਦਰ ਸਾਰੇ ਧਰਮ ਦੀ ਸਾਧਨਾ ਦਾ ਸਾਰ ਸਮਾ ਜਾਂਦਾ ਹੈ। ਮੈਂ ਕੁਝ ਨੁਕਤਿਆਂ ਦੁਆਰਾ ਆਪ ਦੇ ਸਨਮੁਖ ਰੱਖਣ ਦਾ ਯਤਨ ਕਰਾਂਗਾ ਕਿ ਬੰਦਗੀ ਅਸਲ ਦੇ ਵਿੱਚ ਕੀ ਹੈ। ਬੰਦਗੀ ਬਾਰੇ ਆਰੰਭ ਦੇ ਵਿੱਚ ਕੋਈ ਵਾਕ ਕਹਿਣਾ ਹੋਵੇ ਜਿਹੜਾ ਕਾਫੀ ਹੱਦ ਤੱਕ ਇਹਦੇ ਸਰੂਪ ਨੂੰ ਸਪਸ਼ਟ ਕਰ ਦੇਵੇ ਤਾਂ ਕਿਹਾ ਜਾ ਸਕਦਾ ਹੈ ਕਿ ਪਰਮੇਸ਼ਵਰ ਦੀ ਜੋਤ ਲੈ ਕੇ ਸਰੀਰ ਦਾ ਆਕਾਰ ਧਾਰਨ ਕਰਕੇ ਉਹਦੀ ਰਚਨਾ ਦੇ ਵਿੱਚ, ਭਾਵ ਇਸ ਦੁਨੀਆ ਵਿੱਚ ਅੱਲਾ ਤਾਲਾ ਜਿੱਡੇ ਜੀਵਨ ਜਿਉਣ ਦੀ ਜਿਹੜੀ ਸਾਧਨਾ ਹੈ, ਭਾਵ ਕਿ ਜਿੰਨਾ ਅੱਲਾ ਤਾਲਾ ਦੇ ਵਿਆਪਕ ਗੁਣ ਨੇ, ਜਿੰਨੀ ਵਿਆਪਕ ਉਹਦੀ ਹਸਤੀ ਹੈ, ਜਿੰਨਾ ਵੱਡਾ ਉਹਦਾ ਕਿਰਪਾ ਦਾ, ਗਿਆਨ ਦਾ, ਬਖਸ਼ਿਸ਼ ਦਾ ਸਰੂਪ ਹੈ, ਓਡੇ ਵੱਡੇ ਜੀਵਨ ਜਿਉਣ ਲਈ ਕਿਸੇ ਰੂਹਾਨੀ ਜਾਬਤੇ ਨੂੰ ਗ੍ਰਹਿਣ ਕਰਨਾ, ਇਸ ਨੂੰ ਬੰਦਗੀ ਕਿਹਾ ਜਾਂਦਾ। ਬੰਦਗੀ ਨੂੰ ਸਰਲ ਅਰਥਾਂ ਵਿੱਚ ਆਖਣਾ ਹੋਵੇ ਤਾਂ ਇਵੇਂ ਆਖ ਸਕਦੇ ਹਾਂ ਕਿ ਇੱਕ ਬੱਚੇ ਦੇ ਅੰਦਰ ਵਿਦਵਾਨ ਬਣਨ ਦੀ ਖਾਹਿਸ਼ ਹੈ। ਖਾਹਿਸ਼ ਨਾ ਵੀ ਹੋਵੇ, ਉਹਦੇ ਅੰਦਰ ਇੱਕ ਸ਼ੁਭ ਪ੍ਰਸ਼ੁਭ ਉਹਦਾ ਜੀਵਨ ਦਾ ਉਦੇਸ਼ ਹੋਵੇ ਤਾਂ ਉਹਨੂੰ ਜਿਹੜੇ ਕਿਸੇ ਸਿਆਣੇ ਪੁਰਖ ਜਾ ਕੇ ਆਪਣਾ ਉਦੇਸ਼ ਜ਼ਾਹਰ ਕਰੇਗਾ ਤਾਂ ਉਹ ਯਕੀਨਨ ਇਹਨੂੰ ਕਹੇਗਾ ਕਿ ਇਹਦੀ ਬੜੀ ਲੰਬੀ ਸਾਧਨਾ ਹੈ, ਅਤੇ ਇਹ ਸਾਧਨਾ ਅੱਜ ਤੋਂ ਆਰੰਭ ਕਰਦੇ ਤਾਂ ਆਪਣੇ ਜੀਵਨ ਪਰਯੰਤ ਤੱਕ ਕਰਦਾ ਰਹੇ। ਜਿਸ ਤੇ ਨੂੰ ਵਿਦਵਾਨ ਹੋ ਗਿਆ ਤੈਨੂੰ ਵੀ ਅਨੁਭਵ ਹੋ ਜਾਏਗਾ, ਅਤੇ ਜਿਹੜੇ ਤੇਰੇ ਨਾਲ ਵਿਚਰਨਗੇ ਉਹ ਵੀ ਦੱਸ ਦੇਣਗੇ ਕਿ ਤੂੰ ਵਿਦਵਾਨ ਹੋ ਗਿਆ। ਪਰ ਉਹਦੇ ਲਈ ਜਿੰਨੀ ਸਾਧਨਾ ਹੈ, ਇਸ ਸਾਰੀ ਸਾਧਨਾ ਨੂੰ ਬੰਦਗੀ ਕਿਹਾ ਜਾਂਦਾ, ਭਾਵ ਕਿ ਇੱਕ ਵੱਡੇ ਜਾਬਤੇ ਨੂੰ ਆਪਣੇ ਉੱਪਰ ਧਾਰਨ ਕਰਨਾ ਤਾਂ ਕਿ ਆਪਣੇ ਮਕਸਦ ਤੱਕ ਬੰਦਾ ਪੁੱਜ ਸਕੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੱਲਾਹ ਕੀ ਕਰ ਬੰਦਗੀ। ਇਸ ਕਰਕੇ ਸੂਫੀਆਂ ਨੇ ਬੰਦਗੀ ਦੇ ਬੜੇ ਰੂਪ ਦੱਸੇ ਹਨ। ਸ਼ਮਸ ਤਬਰੇਜ਼ ਨੂੰ ਕਿਸੇ ਦਫਾ ਕਿਸੇ ਨੇ ਪੁੱਛਿਆ ਕਿ ਜੀ ਬੰਦਗੀ ਦੀ ਕੋਈ ਸੂਖਮ ਭੇਦ ਦੱਸੋ, ਮੈਨੂੰ ਬੰਦਗੀ ਦੇ ਸੂਖਮ ਭੇਦ ਦੱਸੋ। ਉਹਦੇ ਤਾਂ ਉਂਝ ਸਾਨੂੰ ਬੜੇ ਰੂਪ ਪਤਾ ਨੇ, ਕੋਈ ਸੂਖਮ ਭੇਦ ਦੱਸੋ। ਉਹਦੀ ਮਕਾਲਾਤੇ ਵਿੱਚ ਜ਼ਿਕਰ ਆਉਂਦਾ ਹੈ ਸ਼ਮਸ ਤਬਰੇਜ਼ ਦੀ ਵਿੱਚ। ਉਹ ਕਹਿੰਦਾ ਕਿ ਮਨੁੱਖ ਦੇ ਕੋਲ ਇੱਕ ਸਵਾਸ ਹੈ, ਸਵਾਸਾਂ ਦੀ ਇੱਕ ਪੂਰੀ ਪੂੰਜੀ ਹੈ। ਕਹਿੰਦਾ ਇਸ ਸਵਾਸ ਦਾ ਜਿਹੜੀ ਕੀਮਤ ਹੈ ਉਹ ਜਗਤ ਦੀ ਕੋਈ ਸ਼ੈ ਨਹੀਂ ਉਤਾਰ ਸਕਦੀ। ਭਾਵ ਕਿ ਜਦੋਂ ਮਨੁੱਖ ਦੇ ਅੰਦਰੋਂ ਪ੍ਰਾਣਾਂ ਦੀ ਔਧ ਖਤਮ ਹੋ ਜਾਂਦੀ ਹੈ ਤਾਂ ਦੁਨੀਆ ਦੀ ਕੁੱਲ ਜਿਹੜੀ ਅਮੀਰੀ ਹੈ, ਧਨ ਸੰਪਦਾ ਹੈ, ਇੱਕ ਨਵੇਂ ਪ੍ਰਾਣ ਦਾ ਨਿਰਮਾਣ ਨਹੀਂ ਕਰ ਸਕਦੀ। ਕਹਿੰਦਾ ਇਸ ਕਰਕੇ ਇੱਥੋਂ ਸਮਝ ਆਉਂਦੀ ਹੈ ਕਿ ਕਿੱਡੀ ਵੱਡੀ ਅਮੋਲਕਤਾ ਸਾਨੂੰ ਬਖਸ਼ਿਸ਼ ਰੂਪ ਦੇ ਵਿੱਚ ਉਂਝ ਹੀ ਮਿਲੀ ਹੋਈ ਹੈ, ਅਤੇ ਇਹਦਾ ਰਿਣ ਅਸੀਂ ਕਿਸੇ ਵੀ ਢੰਗ ਨਾਲ ਨਹੀਂ ਉਤਾਰ ਸਕਦੇ। ਅਤੇ ਇਹਦੇ ਰਿਣ ਉਤਾਰਨ ਦਾ ਢੰਗ ਕੇਵਲ ਭਗਤੀ ਹੈ, ਅਤੇ ਭਗਤੀ ਦੇ ਵਿੱਚ ਹਰੇਕ ਸਵਾਸ ਦੀ ਅਮੋਲਕਤਾ ਨੂੰ ਪ੍ਰਭੂ ਦੇ ਲਈ ਹੀ ਅਰਪਣ ਕਰ ਦੇਣਾ ਬੰਦਗੀ ਹੈ, ਜਿਹਨੂੰ ਬਾਣੀ ਵਿੱਚ ਇਸ ਰੂਪ ਦੇ ਵਿੱਚ ਕਿਹਾ ਗਿਆ ਹੈ ਦਮ ਨਾ ਬਿਰਥਾ ਜਾਏ। ਕਿ ਦੇਖ ਜੀਵਨ ਦੇ ਵਿੱਚ ਮੰਨ ਲਾ ਜੇ 1000 ਦਮ ਲੈਣਾ ਹੈ, ਅਤੇ ਜੇ ਪ੍ਰਭੂ ਆਪਣੀ ਬਖਸ਼ਿਸ਼ ਨੂੰ ਰੋਕ ਲਵੇ ਥੋੜ੍ਹੇ ਸਮੇਂ ਦੇ ਲਈ ਕਿ ਚਲੋ ਜਿਵੇਂ ਅਸੀਂ ਕਈ ਵਾਰੀ ਕੰਮ ਕਰਦੇ ਕੋਈ ਤਾਂ ਸੁਭਾਵਿਕ ਖਿਆਲ ਆਉਂਦਾ ਕਿ ਚਲੋ ਕੁਝ ਮਿੰਟ ਆਰਾਮ ਕਰ ਲਿਆ ਜਾਵੇ। ਜੇ ਪ੍ਰਭੂ ਆਪਣੀ ਬਖਸ਼ਿਸ਼ ਦੇ ਰੂਪ ਵਿੱਚੋਂ ਤੇਰੇ ਪ੍ਰਾਣਾਂ ਦਾ ਕੁਝ ਸਮਾਂ ਆਪਣੀ ਬਖਸ਼ਿਸ਼ ਦਾ ਇਹ ਰੂਪ ਰੋਕ ਲਵੇ
ਤਾਂ ਤੇਰਾ ਜੀਵਨ ਬਾਕੀ ਨਾ ਬਚੇ। ਇਸ ਕਰਕੇ ਸ਼ਮਸ ਦਾ ਕਹਿਣਾ ਹੈ, ਸ਼ਮਸ ਤਬਰੇਜ਼ ਦਾ, ਕਿ ਆਪਣੇ ਹਰੇਕ ਸਵਾਸ ਦੇ ਰਿਣ ਨੂੰ ਉਤਾਰਨ ਦੇ ਲਈ, ਉਹਦੇ ਸ਼ੁਕਰਾਨੇ ਵਿੱਚ, ਉਹਦੀ ਭਗਤੀ ਵਿੱਚ, ਉਹਦੇ ਭੇਦਾਂ ਨੂੰ ਬੁੱਝਣ ਦੇ ਲਈ ਜਿੰਨਾ ਮਰਿਆਦਾਮਈ ਜੀਵਨ ਜਿਉਣਾ ਹੈ, ਇਹਨੂੰ ਬੰਦਗੀ ਕਿਹਾ ਜਾਂਦਾ ਹੈ। ਉਹਨੇ ਬੜੀ ਕਮਾਲ ਦੀ ਗੱਲ ਕਹੀ ਕਿ ਹਰੇਕ ਸਵਾਸ ਦਾ ਰਿਣ ਉਤਾਰਨਾ ਹੈ। ਅਸੀਂ ਜਗਤ ਵਿੱਚ ਕਿਸੇ ਕੋਲੋਂ ਕੁਝ ਉਧਾਰ ਪਕੜ ਲਈਏ ਨਾ, ਭਾਵੇਂ ਸਾਡੀ ਸਮਰੱਥਾ ਛੇਤੀ ਨਾ ਵਾਪਸ ਕਰਨ ਦੀ ਹੋਵੇ, ਤਾਂ ਵੀ ਸਾਡਾ ਪੂਰਾ ਧਿਆਨ ਉਹਦੇ 'ਤੇ ਕੇਂਦਰਿਤ ਰਹਿੰਦਾ ਹੈ ਕਿ ਬੜੀ ਜਲਦੀ ਉਤਾਰ ਦਿੱਤਾ ਜਾਵੇ। ਅਤੇ ਸ਼ਮਸ ਕਹਿੰਦਾ ਹੈ ਕਿ ਜਿਹੜਾ ਰੱਬੀ ਰਿਣ ਸਾਡੇ ਉੱਪਰ ਚੜ੍ਹਿਆ ਹੋਇਆ ਹੈ, ਉਹਨੂੰ ਉਤਾਰਨ ਦਾ ਮਨੁੱਖ ਜਦ ਯਤਨ ਕਰਨ ਲੱਗ ਪੈਂਦਾ, ਉਤਾਰਨ ਦਾ ਯਤਨ ਕਰਨ ਲੱਗ ਪੈਂਦਾ ਹੈ, ਉਦੋਂ ਉਹ ਬੰਦਗੀ ਦੇ ਨੇਮ ਵਿੱਚ ਆਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅੱਲ੍ਹ ਕੀ ਕਰ ਬੰਦਗੀ। ਹੁਣ ਬੰਦਗੀ ਹੁੰਦੀ ਕੀ? ਇਹਦਾ ਇੱਕ ਸਰਲ ਜਿਹਾ ਭਾਵ ਹੈ। ਬੰਦਗੀ ਦਾ ਇੱਕ ਭਾਵ ਹੈ ਕਿ ਜਿਹੜੇ ਕਿਸੇ ਨਿਸ਼ਚਿਤ ਮਰਿਆਦਾ ਵਿੱਚ ਹਨ, ਜਿਵੇਂ ਕਿਸੇ ਵੀ ਚੀਜ਼ ਦੀ ਘਾੜਤ ਹੈ। ਹੁਣ ਲੋਹੇ ਤੋਂ ਕਿਸੇ ਔਜ਼ਾਰ ਦੀ ਘਾੜਤ ਹੋਣੀ ਹੈ, ਤਾਂ ਲੋਹੇ ਨੂੰ ਔਜ਼ਾਰ ਦੀ ਕਲਪਨਾ ਦੇ ਨਾਲ ਉਹ ਸਾਰਾ ਕੁਝ ਵੀ ਚਿਤਵਣਾ ਪੈਂਦਾ, ਜਿਹਦੇ ਵਿੱਚੋਂ ਗੁਜ਼ਰ ਕੇ ਉਹਨੇ ਕਿਸੇ ਔਜ਼ਾਰ ਦੀ ਸ਼ਕਲ ਨੂੰ ਜਾਣਾ ਹੈ। ਉਦਾਹਰਨ ਦੇ ਤੌਰ 'ਤੇ ਲੋਹੇ ਨੂੰ ਆਪਣੀ ਹਸਤੀ ਇੱਕ ਵਾਰੀ ਬਿਲਕੁਲ ਪਾਣੀ ਵਾਂਗ ਕਰਨੀ ਪੈਂਦੀ ਹੈ, ਜੇ ਉਹਨੇ ਕਿਸੇ ਔਜ਼ਾਰ ਦੀ ਸ਼ਕਲ ਨੂੰ ਜਾਣਾ ਹੈ। ਇੰਝ ਹੀ ਮਨੁੱਖ ਨੂੰ ਧਰਮ ਦੇ ਅਭਿਆਸ ਵਿੱਚ ਢਲ ਕੇ ਪਹਿਲਾਂ ਪੂਰੀ ਤਰ੍ਹਾਂ ਜੀਵਨ ਆਪਣਾ ਵਹਾਅ ਵਾਂਗ ਕਰਨਾ ਪੈਂਦਾ, ਪਾਣੀ ਵਾਂਗ। ਫਿਰ ਉਹ ਕਿਸੇ ਅਗਲੇ ਆਕਾਰ ਵਿੱਚ ਢਲਦਾ। ਉਹਦਾ ਆਕਾਰ ਸੰਤ ਹੋ ਸਕਦਾ ਹੈ, ਗੁਰਮੁਖ ਹੋ ਸਕਦਾ ਹੈ, ਭਗਤ ਹੋ ਸਕਦਾ ਹੈ, ਸਾਧ ਹੋ ਸਕਦਾ ਹੈ। ਇਸ ਸਾਰੀ ਸਾਧਨਾ ਨੂੰ ਬੰਦਗੀ ਕਿਹਾ ਜਾਂਦਾ। ਜਿਵੇਂ ਇੱਕ ਸ਼ਬਦ ਸਾਧਨਾ ਹੈ, ਦੂਜਾ ਬੰਦਗੀ ਹੈ। ਇਹ ਸ਼ਬਦ ਜੁੜਦੇ ਹਨ ਆਪਸ ਦੇ ਵਿੱਚ। ਇਸਲਾਮੀ ਭਾਸ਼ਾ ਦਾ ਸ਼ਬਦ ਬੰਦਗੀ ਹੈ, ਅਰਬੀ ਦਾ ਭਾਸ਼ਾ ਸ਼ਬਦ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅੱਲ੍ਹ ਕੀ ਕਰ ਬੰਦਗੀ। ਹੁਣ ਮਨੁੱਖ ਪੁੱਛੇਗਾ ਕਿ ਜਿਹੜੀ ਕਰ ਬੰਦਗੀ ਹੈ, ਇਹਦਾ ਕੀ ਅਰਥ ਹੈ ਜਾਂ ਇਹਦਾ ਢੰਗ ਕੀ ਹੈ? ਇਹਦਾ ਢੰਗ ਹੈ, ਸਭ ਤੋਂ ਪਹਿਲਾਂ ਕੁਝ ਨੁਕਤਿਆਂ ਦੇ ਤਹਿ 'ਤੇ ਗੱਲ ਸਮਝੀ ਜਾ ਸਕਦੀ ਹੈ। ਵੈਸੇ ਗੱਲ ਬੜੀ ਵਸੀਹ ਹੈ। ਪਹਿਲਾ ਨੁਕਤਾ ਹੈ ਕਿ ਮਨੁੱਖ ਨੂੰ ਜੀਵਨ ਦੀ ਅਮੋਲਕਤਾ ਪ੍ਰਾਪਤ ਹੋਈ ਹੈ, ਅਤੇ ਉਹਨੂੰ ਸਭ ਤੋਂ ਪਹਿਲਾਂ ਜਿਹੜੀ ਉਹਦੀ ਪ੍ਰਥਮ ਵਫਾਦਾਰੀ ਹੈ, ਜਾਂ ਉਹਦੇ ਜੀਵਨ ਦਾ ਪਹਿਲਾ ਕਾਰਜ ਹੈ ਕਿ ਜਿਸ ਜੋਤ ਸਰੂਪ ਦੇ ਆਸਰੇ ਉਹਦਾ ਸਾਰਾ ਜੀਵਨ ਚੱਲ ਰਿਹਾ ਹੈ, ਉਸ ਜੋਤ ਸਰੂਪ ਦੀ ਪਛਾਣ ਕਰਨੀ, ਉਸ ਜੋਤ ਸਰੂਪ ਦੇ ਨੂਰ ਨਾਲ ਅਭੇਦ ਹੋਣਾ। ਇਹ ਸਭ ਤੋਂ ਪਹਿਲਾਂ ਬੰਦਗੀ ਦਾ ਪ੍ਰਮੁੱਖ ਕਰਮ ਹੈ। ਕਿਉਂਕਿ ਜਿਹੜੀ ਚੀਜ਼ ਦਾ ਆਧਾਰ ਹੈ, ਜੇ ਉਸ ਨੂੰ ਨਹੀਂ ਪਛਾਣਿਆ ਜਾਂ ਉਹਦੇ ਨਾਲ ਇੱਕ ਸੁਰ ਨਹੀਂ ਹੋਏ ਅਤੇ ਬਾਹਰ ਪੱਧਰ ਦੀ ਵਾਕਫੀਅਤ ਰੱਖੀ, ਤਾਂ ਉਹ ਕਿਸੇ ਵੱਡੇ ਅਰਥਾਂ ਵਿੱਚ ਨਹੀਂ। ਇਸ ਕਰਕੇ ਬੰਦਗੀ ਦੇ ਕਰਮ ਦਾ ਪਹਿਲਾ ਜਿਹੜਾ ਢੰਗ ਹੈ, ਪਹਿਲਾ ਨੁਕਤਾ ਇਹ ਹੈ ਕਿ ਆਪਣੇ ਇਸ ਦੇਹਾ ਸਰੀਰ ਦੇ ਅੰਦਰ ਜੋ ਜੋਤ ਸਰੂਪ ਵਿਚਰੀ, ਜਿਹਦੇ ਕਰਕੇ ਜੀਵਨ ਸਾਰਾ ਖੜਾ ਹੈ, ਉਸ ਦੀ ਪਛਾਣ ਕਰਨੀ, ਉਸ ਪਛਾਣ ਦੇ ਨਾਲ ਇੱਕ ਸੁਰ ਹੋ ਜਾਣਾ, ਉਹਦੇ ਵਾਂਗ ਹੀ ਹੋ ਜਾਣਾ। ਇਹ ਸਭ ਤੋਂ ਪਹਿਲਾਂ ਬੰਦਗੀ ਦਾ ਕਰਮ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਰ ਬੰਦਗੀ। ਹੁਣ ਇਹਦੀ ਪਛਾਣ ਦੇ ਲਈ ਕੁਝ ਨੁਕਤੇ ਨੇ ਕਿ ਸਾਨੂੰ ਅੰਤਰੀਵ ਕਿਵੇਂ ਪਛਾਣ ਹੋ ਜਾਏ ਕਿ ਜੋਤ ਸਰੂਪ ਕੈਸਾ ਹੈ। ਸਭ ਤੋਂ ਪਹਿਲਾਂ ਮਨੁੱਖ ਆਪਣੀ ਜ਼ਿੰਦਗੀ 'ਚ ਮਨੁੱਖ ਨੂੰ ਨਾ ਆਪਣੇ ਤਾਣ ਦਾ ਗਿਆਨ ਹੈ। ਤਾਣ ਦਾ ਮਤਲਬ ਤਾਕਤ। ਮਨੁੱਖ ਨੂੰ ਪਤਾ ਹੈ ਮੇਰੀ ਨਜ਼ਰ ਹਜ਼ਾਰਾਂ ਕਿਲੋਮੀਟਰ ਤੱਕ ਦੇਖ ਸਕਦੀ ਹੈ, ਮੇਰੀ ਆਵਾਜ਼ ਕਈ ਸੌ ਮੀਟਰਾਂ ਤੱਕ ਸੁਣੀ ਜਾ ਸਕਦੀ ਹੈ, ਮੇਰੇ ਚੱਲਣ ਦੀ ਸਮਰੱਥਾ ਸਾਰੇ ਬ੍ਰਹਿਮੰਡ ਦੀ ਫੇਰੀ ਲਗਾ ਸਕਦੀ ਹੈ, ਮੇਰੇ ਚੁੱਕਣ ਦੀ ਸਮਰੱਥਾ ਬੜੀਆਂ ਵਸਤਾਂ ਨੂੰ ਚੁੱਕ ਸਕਦੀ ਹੈ। ਇਸ ਤਾਣ ਦਾ ਹਰੇਕ ਮਨੁੱਖ ਨੂੰ ਪਤਾ ਹੈ, ਪਰ ਇਸ ਤਾਣ ਦਾ ਮੁੱਖ ਸਰੋਤ ਕੀ ਹੈ, ਇਸ ਬਾਰੇ ਬਹੁਤ ਘੱਟ ਇਨਸਾਨ ਜਾਣਦੇ ਨੇ ਜਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਇਸ ਕਰਕੇ ਇਹਨਾਂ ਤਾਣਾਂ ਦੇ ਭਰਮ ਵਿੱਚ ਜਦ ਅਸੀਂ ਪੈ ਜਾਂਦੇ ਹਾਂ, ਤਾਂ ਫਿਰ ਅਸੀਂ ਜਿੱਥੋਂ ਇਹ ਸਾਰੀ ਤਾਕਤ ਤਾਣ ਪੈਦਾ ਹੋ ਰਿਹਾ ਹੈ, ਉਸ ਤਾਣ ਤੋਂ ਅਣਜਾਣ ਹੋ ਜਾਂਦੇ ਹਾਂ। ਤਾਂ ਸਾਨੂੰ ਆਪਣੇ ਹਿਰਦੇ ਘਰ ਦੇ ਵਿੱਚ ਮਾਲਕ ਦਾ ਜੋਤ ਸਰੂਪ ਬੁੱਝਣ ਤੋਂ ਅਸਮਰੱਥ ਰਹਿ ਜਾਂਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਰ ਬੰਦਗੀ। ਬੰਦਗੀ ਦਾ ਹੁਣ ਇਹਦੇ ਨੁਕਤੇ ਕੀ ਹਨ ਕਿ ਜਦ ਕਦੇ ਮਨੁੱਖ ਕਿਤੇ ਇਕਾਂਤ ਵਿੱਚ ਬੈਠਾ ਹੋਵੇ, ਜਿਵੇਂ ਅਸੀਂ ਪ੍ਰਾਣ ਲਗਾਤਾਰ ਸਾਡੇ ਚੱਲ ਰਹੇ ਨੇ, ਸਾਡਾ ਖਿਆਲ ਵੀ ਲਗਾਤਾਰ ਚੱਲ ਰਿਹਾ, ਮਨੁੱਖ ਗਹਿਰੇ ਚਿੰਤਨ ਵਿੱਚ ਜਾਵੇ। ਚਿੰਤਨ ਦਾ ਅਰਥ ਹੈ ਉਹਦੇ ਬਾਰੇ ਬਹੁਤ ਇਕਾਗਰ ਹੋ ਕੇ ਸੋਚਣਾ ਅਤੇ ਮਹਿਸੂਸ ਕਰਨਾ। ਮਨੁੱਖ ਬੜਾ ਗਹਿਰਾ ਹੋ ਕੇ ਸੋਚੇ ਕਿ ਕਿਸੇ ਦੋ ਚੀਜ਼ਾਂ ਨੂੰ ਟਕਰਾਇਆ ਜਾਂਦਾ ਹੈ, ਤਾਂ ਆਵਾਜ਼ ਪੈਦਾ ਹੁੰਦੀ। ਜਿਹੜੀ ਮਨੁੱਖ ਦੀ ਅੰਦਰੂਨੀ ਆਵਾਜ਼ ਪੈਦਾ ਹੋ ਰਹੀ ਹੈ,
ਇਹ ਕਿੱਥੇ ਜਾ ਕੇ ਦੋ ਚੀਜ਼ਾਂ ਟਕਰਾ ਰਹੀਆਂ ਨੇ, ਜਿਨ੍ਹਾਂ ਵਿੱਚੋਂ ਆਵਾਜ਼ ਬਣ ਰਹੀ ਅਤੇ ਆਵਾਜ਼ ਦੇ ਵਿੱਚ ਅੱਖਰ ਬਣ ਰਹੇ ਨੇ, ਆਵਾਜ਼ ਦੇ ਵਿੱਚ ਸੁਰ ਬਣ ਰਿਹਾ ਹੈ, ਆਵਾਜ਼ ਦੇ ਵਿੱਚ ਵਾਕ ਬਣ ਰਹੇ ਨੇ। ਜਦੋਂ ਮਨੁੱਖ ਇਸ ਗੱਲ ਨੂੰ ਗਹਿਰਾ ਜਾਣੇਗਾ ਤਾਂ ਉਹ ਸਮਝੇਗਾ ਕਿ ਮੇਰੇ ਸਾਰੇ ਸਰੀਰ ਅੰਦਰ ਇੱਕ ਸ਼ਕਤੀ ਵਰਤ ਰਹੀ ਹੈ। ਉਹ ਸ਼ਕਤੀ ਦਾ ਕੋਈ ਰੂਪ ਨਹੀਂ ਹੈ, ਉਹ ਕਿਸੇ ਆਕਾਰ ਵਰਗੀ ਵੀ ਨਹੀਂ ਹੈ। ਜਗਤ ਦੀ ਕਿਸੇ ਵਸਤੂ ਦੇ ਨਾਲ ਤੁਲਨਾ ਦੇ ਕੇ ਵੀ ਨਹੀਂ ਸਮਝਾ ਸਕਦੇ ਕਿ ਉਹ ਇਵੇਂ ਦੀ ਹੈ। ਇਸ ਸ਼ਕਤ ਦੇ ਨਾਲ ਪੂਰਾ ਜੁੜ ਜਾਣਾ, ਪ੍ਰਭੂ ਦੇ ਜੋਤ ਸਰੂਪ ਦਾ ਅਭਿਆਸ ਆਪਣੇ ਜੀਵਨ ਦੇ, ਆਪਣੇ ਸਰੀਰ ਦੇ ਅੰਦਰ ਕਰਨਾ ਹੀ ਹੈ। ਇਸ ਨੂੰ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਕਰ ਬੰਦਗੀ ਪਹਿਲਾਂ ਇਹ ਕਰਮ ਕਰ। ਧਰਮ ਮੰਦਰ ਦੇ ਵਿੱਚ ਜਾ ਕੇ, ਗੁਰਦੁਆਰ ਜਾ ਕੇ ਜਾਂ ਹੋਰ ਥਾਵਾਂ 'ਤੇ ਰੱਬ ਦੀ ਪਛਾਣ, ਉਹਦੀ ਮੌਜੂਦਗੀ ਬਾਅਦ ਦੇ ਵਿੱਚ ਲੱਭ। ਪਹਿਲਾਂ ਆਪਣੇ ਜੀਵਨ ਦੇ ਵਿੱਚ ਉਸ ਪ੍ਰਭੂ ਦੀ ਤਲਾਸ਼ ਕਰ। ਇਸ ਨੂੰ ਬੰਦਗੀ ਦਾ ਪਹਿਲਾ ਕਰਮ ਕਿਹਾ ਜਾਂਦਾ। ਹੁਣ ਇਸ ਕਰਮ ਦੇ ਲਈ ਸਹਾਇਕ ਕੀ ਹੁੰਦਾ ਹੈ? ਕੋਈ ਮਕਸਦ ਹੈ, ਉਹਦੇ ਲਈ ਕੁਝ ਕਾਰਨ ਹੁੰਦੇ ਨੇ ਜਿਹੜੇ ਉਹਦੇ ਲਈ ਸਹਾਇਕ ਹੁੰਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਕਰ ਬੰਦਗੀ ਦੇ ਵਿੱਚ ਢਲਣਾ ਹੈ ਤਾਂ ਕਰਮ ਕੀ ਕਰਨਾ ਪਏਗਾ ਕਿ ਸਭ ਤੋਂ ਪਹਿਲਾਂ ਜਿਹੜਾ ਹਰੇਕ ਧਰਮ ਦੀ ਮਰਜ਼ਾਦਾ ਨੇ ਲਗਭਗ ਇਸ ਨੂੰ ਪ੍ਰਵਾਨਿਆ ਹੈ ਔਰ ਆਖਿਆ ਹੈ, ਉਹ ਹੈ ਕਿ ਆਪਣੇ ਜੀਵਨ ਦੇ ਵਿੱਚ ਸਿਫਤ ਸਲਾਹ ਪੈਦਾ ਕਰ। ਅਤੇ ਸਿਫਤ ਸਲਾਹ ਦਾ ਇੱਕ ਵੇਲਾ ਹੈ ਜਦੋਂ ਦੁਨੀਆਦਾਰੀ ਦੀ ਤੋਰ ਬਿਲਕੁਲ ਮੱਧਮ ਪਈ ਹੁੰਦੀ ਹੈ। ਜਦੋਂ ਜਿਹੜੀ ਦੁਨੀਆਦਾਰੀ ਦੀ ਭਟਕਣ ਹੈ ਆਪਣੇ ਸਿਫਰ 'ਤੇ ਪੈ ਕੇ ਸ਼ਾਂਤ ਹੁੰਦੀ ਹੈ, ਉਦੋਂ ਤੋਂ ਆਪਣੀ ਭਗਤੀ ਦਾ ਪ੍ਰਯੋਜਨ ਆਰੰਭ ਕਰ। ਉਸ ਵੇਲੇ ਦੇ ਵਿੱਚ ਆਪਣੀ ਸਿਫਤ ਸਲਾਹ ਪੈਦਾ ਕਰ। ਇਸ ਕਰਕੇ ਬੰਦਗੀ ਦੇ ਪਹਿਲੇ ਸਰੂਪ ਵਿੱਚ ਢਲਣ ਦਾ ਢੰਗ ਹੈ ਮਨੁੱਖ ਦੇ ਕੋਲ ਅੰਮ੍ਰਿਤ ਵੇਲੇ ਦੀ ਸੰਭਾਲ ਹੋਵੇ। ਅੰਮ੍ਰਿਤ ਵੇਲੇ ਦੀ ਸੰਭਾਲ ਦਾ ਭਾਵ ਕੀ ਹੈ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਵੇਲਾ ਹੈ। ਭਾਵ ਦਿਨ ਦਾ ਆਰੰਭ ਇੱਕ ਵੇਲਾ ਕਹਿੰਦੇ, ਉਹਨੂੰ ਅਸੀਂ ਸਮਾਂ ਕਹਿੰਦੇ ਹਾਂ, ਇੱਕ ਉਹਨੂੰ ਪਹਿਰ ਆਖਦੇ ਹਾਂ। ਪਰ ਉਹਦੇ ਵਿੱਚ ਅਸੀਂ ਆਪਣੇ ਬੰਦਗੀ ਦਾ ਪ੍ਰਯੋਜਨ ਸ਼ੁਰੂ ਕਰਨਾ ਹੈ ਦਿਨ ਦੀ ਆਰੰਭਤਾ ਦੇ ਨਾਲ। ਅਤੇ ਉਸ ਬੰਦਗੀ ਦੇ ਪ੍ਰਯੋਜਨ ਦੇ ਵਿੱਚ ਪੈ ਕੇ ਪਛਾਣ ਕਰਨੀ ਹੈ ਕਿ ਇਹ ਜੀਵਨ ਕਿੰਨਾ ਆਨੰਦ ਭਰਿਆ ਹੈ, ਜਾਂ ਪ੍ਰਭੂ ਦੀ ਸਿਫਤ ਸਲਾਹ ਵਿੱਚ ਜ਼ਿਕਰੇ ਇਹ ਮੌਲਾ ਦੇ ਵਿੱਚ ਜੁੜਿਆ ਮਨੁੱਖ ਦੀ ਹਸਤੀ ਕਿੱਡੀ ਵੱਡੀ ਹੋ ਜਾਂਦੀ ਹੈ। ਇਸ ਕਰਕੇ ਅਸੀਂ ਉਸ ਵੇਲੇ ਨੂੰ ਅੰਮ੍ਰਿਤ ਆਖਦੇ ਹਾਂ। ਅਤੇ ਵਿਦਵਾਨ ਪੁਰਸ਼ਾਂ ਦਾ ਕਹਿਣਾ ਕਿ ਅੰਮ੍ਰਿਤ ਵੇਲਾ ਕਾਲ ਤੋਂ ਅਕਾਲ ਵੱਲ ਖੁੱਲ੍ਹਦਾ ਦੁਆਰ ਹੈ। ਜਦੋਂ ਦਿਨ ਆਰੰਭ ਹੋ ਜਾਂਦਾ, ਭੱਜ ਦੌੜ ਆਰੰਭ ਹੋ ਜਾਂਦੀ ਹੈ, ਫਿਰ ਮਨੁੱਖ ਨੂੰ ਨਹੀਂ ਲੱਗਦਾ ਕਿ ਜ਼ਿੰਦਗੀ 'ਚ ਕੋਈ ਵੱਡਾ ਸਕੂਨ ਵੀ ਹੈਗਾ ਹੈ, ਕਿਉਂਕਿ ਦੌੜ ਇੰਨੀ ਹੈ ਬਾਹਰੀ ਜੀਵਨ ਦੀ ਕਿ ਮਨੁੱਖ ਕੋਲੋਂ ਕੁਝ ਪਲ ਰੁਕਣ ਦਾ ਵੀ ਸਮਾਂ ਨਹੀਂ ਹੈ। ਫਿਰ ਜਿਹੜਾ ਦੁਨਿਆਵੀ ਜਗਤ ਦੀ ਤੋਰ ਵਿੱਚ ਹਟਿਆ, ਜਦੋਂ ਫਿਰ ਮਨੁੱਖ ਆਪਣਾ ਯਤਨ ਆਰੰਭ ਕਰਦਾ ਹੈ ਅਤੇ ਉਹਦੇ ਲਈ ਉਹ ਮੌਲਾ ਦੇ ਜ਼ਿਕਰ ਵਿੱਚ ਜੁੜਦਾ। ਜ਼ਿਕਰ ਦਾ ਭਾਵ ਉਹਦਾ ਸਿਮਰਨ ਕਰਦਾ, ਯਾਦ ਵਿੱਚ ਜੁੜਦਾ ਹੈ, ਅਤੇ ਉਹਦੇ ਲਈ ਕੋਈ ਨਾ ਕੋਈ ਸ਼ਬਦ ਨੂੰ ਆਧਾਰ ਬਣਾਉਂਦਾ ਹੈ। ਸਿੱਖ ਮੱਤ ਵਾਲੇ ਵਾਹਿਗੁਰੂ ਆਖਦੇ ਹਨ, ਇਸਲਾਮ ਵਾਲੇ ਸੁਭਾਨ ਅੱਲਾ ਆਖਦੇ ਹਨ, ਸਨਾਤਨ ਮੱਤ ਵਾਲੇ ਪ੍ਰਭੂ ਦੇ ਸਿਫਾਤੀ ਨਾਮ ਲੈਂਦੇ ਹਨ, ਉਹ ਕਰੁਣਾ ਨਿਧ ਹੈ, ਸੱਚਿਦਾਨੰਦ ਹੈ, ਕਈ ਰੂਪ ਆਖਦੇ ਹਨ। ਹਰੇਕ ਰੂਪ ਦੇ ਨਾਲ ਉਹਦੀ ਜਿਹੜੀ ਮਿਹਰ ਧਰਤੀ 'ਤੇ ਵਰਸ ਰਹੀ ਹੈ, ਉਹਦੀ ਊਰਜਾ ਮਨੁੱਖ ਦੇ ਅੰਦਰ ਜੁੜਨੀ ਸ਼ੁਰੂ ਹੋ ਜਾਂਦੀ ਹੈ ਅਤੇ ਮਨੁੱਖ ਦਾ ਜੀਵਨ ਅੰਮ੍ਰਿਤਮਈ ਬਣਨਾ ਸ਼ੁਰੂ ਹੋ ਜਾਂਦਾ ਹੈ। ਅੰਮ੍ਰਿਤਮਈ ਜੀਵਨ ਦਾ ਭਾਵ ਕੀ ਹੈ ਕਿ ਸੰਸਾਰ ਕੋਲੋਂ ਮਨ ਦੀ ਭਟਕਣ ਦੇ ਹਜ਼ਾਰਾਂ ਪੱਖ ਨੇ, ਉਹ ਭਟਕ ਵੀ ਰਹੇ ਨੇ ਪਰ ਉਹਨਾਂ ਨੂੰ ਭਟਕਣਾ ਤੰਗ ਨਹੀਂ ਕਰਦੀ। ਪਰ ਜਦੋਂ ਜ਼ਿਕਰੇ ਮੌਲਾ ਵਿੱਚ ਬੰਦਾ ਜੁੜਦਾ ਫਿਰ ਉਹਨੂੰ ਆਪਣੇ ਹਰੇਕ ਪੱਖ ਦੀ ਸਮਝ ਆਉਂਦੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਮਿੱਠਾ ਖਾਧਾ ਹੋਵੇ ਅਤੇ ਮਿੱਠੇ ਤੋਂ ਤੁਰੰਤ ਬਾਅਦ ਕੁੜੱਤਣ ਖਾਈਏ ਤਾਂ ਦੋਵਾਂ ਦਾ ਅਨੁਭਵ ਪਤਾ ਲੱਗ ਜਾਂਦਾ ਕਿ ਕੁੜੱਤਣ ਜਿਹੜੀ ਹੈ ਦੁਖਦਾਈ ਹੁੰਦੀ ਹੈ, ਮਿਠਾਸ ਥੋੜ੍ਹਾ ਸਕੂਨ ਦਿੰਦੀ ਹੈ। ਜਿਹੜੇ ਪ੍ਰਭੂ ਦੇ ਸਿਮਰਨ ਵਿੱਚ ਪੈ ਕੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਕੁਝ ਬੰਦਗੀ ਦੇ ਨਾਲ ਮਿਠਾਸ ਸੰਗ੍ਰਹਿਤ ਕੀਤੀ ਹੈ, ਉਹਨਾਂ ਦੇ ਅੰਦਰ ਫਿਰ ਭਗਤ ਕਬੀਰ ਸਾਹਿਬ ਜੀ ਨੇ ਕਹਿੰਦੇ ਜੇ ਸਿਮਰਤ ਦੁੱਖ ਜਾਏ। ਹੁਣ ਜਿਹਦੇ ਅੰਦਰ ਪ੍ਰਭੂ ਦੇ ਨਾਮ ਅਭਿਆਸ ਦੀ ਮਿਠਾਸ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਬੰਦਗੀ ਕਰਮ ਕਰਨ ਦੇ ਨਾਲ, ਉਹਦਾ ਦੁਨਿਆਵੀ ਜਗਤ ਨਾਲੋਂ ਥੋੜ੍ਹਾ ਖਹਿੜਾ, ਥੋੜ੍ਹਾ ਜਿਹੜਾ ਪਕੜ ਹੈ ਉਹਦੀ ਛੁੱਟਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਆਪਣੇ ਜੀਵਨ ਦੇ ਵਿੱਚ ਇਸ ਕਰਕੇ ਜਿਹੜਾ ਪਹਿਲਾ ਕਰਮ ਹੈ ਕਿ ਮਨੁੱਖ ਕੋਲ ਅੰਮ੍ਰਿਤ ਵੇਲੇ ਦੀ ਅਭਿਆਸ ਹੋਵੇ। ਮੈਂ ਕਿਸੇ ਦਫਾ ਭਾਈ ਆਨੰਦ ਲਾਲ ਜੀ ਦਾ ਇੱਕ ਸ਼ੇਅਰ ਪੜ੍ਹਿਆ ਸੀ, ਕਹਿੰਦੇ ਕਿ ਜਿਸ ਦਿਨ ਤੋਂ ਪਤਾ ਲੱਗਾ ਨਾ ਕਿ ਅੰਮ੍ਰਿਤ ਵੇਲਾ ਮਾਲਕ ਦੀ ਮਿਹਰ ਦਾ ਇੱਕ ਵੱਡਾ ਮੁਕਾਮ ਹੈ, ਜਾਂ ਜਿੰਨੇ ਦੁਨੀਆ ਦੇ ਬੰਦਗੀ ਦੇ ਵੱਡੇ ਅਨੁਭਵ ਬਣੇ ਨੇ, ਪੁਰਸ਼ ਬਣੇ ਨੇ,
ਉਹ ਸਾਰਿਆਂ ਦੀ ਕਾਢ ਇਸ ਕਰਮ ਤੋਂ, ਇਸ ਯਤਨ ਤੋਂ ਆਰੰਭ ਹੋਈ ਹੈ। ਕਹਿੰਦੇ ਉਸ ਦਿਨੇ ਤੋਂ ਜਾਂ ਜਿਸ ਦਿਨ ਤੋਂ ਪਤਾ ਲੱਗਾ ਹੈ ਕਿ ਮਾਲਕ ਦੀ ਮਿਹਰ ਦਾ ਇੱਕ ਵੱਡਾ ਵੇਲਾ ਹੈ, ਕਹਿੰਦੇ ਉਸ ਦਿਨ ਤੋਂ ਜਿਹੜਾ ਅੰਮ੍ਰਿਤ ਵੇਲੇ ਸੌਣਾ ਮੇਰੇ ਲਈ ਹਰਾਮ ਹੋ ਗਿਆ। ਭਾਵ ਕਿ ਬਿਸਤਰ 'ਤੇ ਬੈਠੇ ਰਹਿਣਾ, ਲੇਟੇ ਰਹਿਣਾ, ਇਹ ਮੇਰਾ ਕਰਮ ਨਹੀਂ। ਇਸ ਕਰਕੇ ਪਹਿਲਾ ਪ੍ਰਥਮ ਕਰਮ ਹੈ ਅੰਮ੍ਰਿਤ ਵੇਲੇ ਦੇ ਅਭਿਆਸ ਦੇ ਵਿੱਚ ਬੰਦਾ ਪੂਰਾ ਢਲ ਜਾਵੇ। ਅਤੇ ਢਲਣਾ ਪੈਂਦਾ ਹੈ, ਕੋਈ ਇੱਕ ਦਿਨ ਦੇ ਵਿੱਚ ਜਾਂ ਇੱਕ ਸਾਲ ਦੇ ਵਿੱਚ ਜਾਂ ਕੁਝ ਸਾਲਾਂ ਦੇ ਵਿੱਚ ਵੀ ਨਹੀਂ। ਬੰਦਗੀ ਸ਼ੁਰੂ ਕਰ ਲੈਂਦਾ ਬੰਦਾ, ਬੰਦਗੀ ਦੀ ਨਿਰੰਤਰਤਾ ਨਹੀਂ ਬਣਦੀ। ਕਿਸੇ ਦੀ ਮਹੀਨੇ ਬਾਅਦ ਕੋਈ ਫਰਕ ਪੈ ਗਿਆ, ਸਾਲ ਬਾਅਦ ਪੈ ਗਿਆ, ਕੁਝ ਸਾਲਾਂ ਬਾਅਦ ਫਰਕ ਪੈ ਗਿਆ। ਲਗਾਤਾਰ ਮਨੁੱਖ ਦੀ ਬੰਦਗੀ 'ਚ ਨਿਰੰਤਰਤਾ ਨਹੀਂ ਚੱਲਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਰ ਬੰਦਗੀ ਤਾਂ ਕਿ ਜਿਹ ਸਿਮਰਤ ਦੁੱਖ ਜਾਏ। ਦੁਨੀਆ ਦੀ ਭਰਪੂਰਤਾ ਦੇ ਵਾਲੇ ਪਾਸੇ ਮਨੁੱਖ ਲੱਗਾ ਹੈ, ਬੜਾ ਕੁਝ ਸੰਚਰਿਆ ਪਰ ਫਿਰ ਵੀ ਦੁਖੀ ਹੈ। ਬੜੀ ਪ੍ਰਸਿੱਧੀ ਦਾ ਆਲਮ ਆਪਣੇ ਕੋਲੋਂ ਲੈ ਲਿਆ ਪਰ ਫਿਰ ਵੀ ਦੁਖੀ ਹੈ, ਫਿਰ ਵੀ ਅਸ਼ਾਂਤ ਹੈ। ਇਸ ਕਰਕੇ ਕੁਝ ਉਹ ਸੋਚ ਵਸਤੂ ਭਾਂਡੇ ਨੂੰ ਭਰ ਕੇ ਵੀ, ਇਸ ਕਰਕੇ ਇੱਕ ਨਾ ਸੂਫੀਆਂ ਦੇ ਵਿੱਚ ਗੱਲ ਆਖੀ ਜਾਂਦੀ ਹੈ ਕਿ ਭਰਨ ਦੇ ਨਾਲ ਕੋਈ ਸੁਖੀ ਨਹੀਂ ਹੋਇਆ। ਉਹ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਕਿ ਜਿਹੜਾ ਮਨੁੱਖੀ ਮਨ ਹੈ ਨਾ, ਇਹ ਛੇਕ ਵਾਲੇ ਭਾਂਡੇ ਵਾਂਗ ਹੈ। ਦੁਨੀਆ ਦੀ ਕੁੱਲ ਵਸਤੂ ਪਾ ਦਿਓ ਤਾਂ ਵੀ ਖਾਲੀ ਰਹੇਗਾ। ਅਤੇ ਇਹਦਾ ਕਲਿਆਣ ਕੀ ਹੈ ਕਿ ਇਹਨੂੰ ਮੁੱਦਾ ਮਾਰ ਦਿੱਤਾ ਜਾਏ। ਅਤੇ ਜਿਹੜਾ ਬੰਦਗੀ ਦਾ ਅਭਿਆਸ ਹੈ, ਉਹ ਜਦੋਂ ਅੰਮ੍ਰਿਤ ਵੇਲੇ ਵਿੱਚ ਜੁੜਦਾ ਹੈ ਤਾਂ ਉਹ ਸਾਡੀ ਦੇਹ ਦੇ ਰਸਾਇਣਾਂ ਨੂੰ ਬਦਲਦਾ ਹੈ। ਦੁਨੀਆ ਦੇ ਵਿੱਚ ਜਿਹੜੇ ਤੁਸੀਂ ਸਹਿਜ ਪੁਰਖ ਦੇਖੋਗੇ ਜਾਂ ਜਿਨ੍ਹਾਂ ਕੋਲ ਬੰਦਗੀ ਦਾ ਬੜਾ ਧਨ ਹੋਏਗਾ, ਉਹਨਾਂ ਦੇ ਜੀਵਨ ਵਿੱਚ ਕਿਸੇ ਖਾਸ ਤਰ੍ਹਾਂ ਦਾ ਆਕਰਸ਼ਣ ਹੁੰਦਾ ਹੀ ਨਹੀਂ। ਇਸ ਗੱਲ ਨੂੰ ਬੰਦਾ ਕਿਵੇਂ ਸਮਝੇ? ਕਿ ਉਹ ਆਪਣੀ ਅਕਲ ਦੇ ਤਾਣ ਨਾਲ ਉਹ ਗੱਲਾਂ ਕਮਾਉਂਦੇ ਨੇ? ਨਹੀਂ, ਉਹ ਆਪਣੀ ਅਕਲ ਦੇ ਤਾਣ ਨਾਲ ਨਹੀਂ ਉਹ ਗੱਲਾਂ ਕਮਾਉਂਦੇ ਕਿ ਲੋਭ ਨਹੀਂ ਕਰਨਾ, ਕਾਮ ਦੀ ਤਰਫ ਨਹੀਂ ਜਾਣਾ, ਹੰਕਾਰ ਨਹੀਂ ਕਰਨਾ, ਕ੍ਰੋਧ 'ਚ ਨਹੀਂ ਆਉਣਾ। ਇਹ ਉਹ ਆਪਣੀ ਅਕਲ ਦੇ ਹਿਸਾਬ ਨਾਲ ਨਹੀਂ ਕਰਦੇ। ਅਸੀਂ ਅੱਜ ਕੱਲ੍ਹ ਕਿਸੇ ਬੰਦੇ ਨੂੰ ਨੈਤਿਕਤਾ ਸਿਖਾਈਏ ਨਾ, ਤਾਂ ਉਹਨੂੰ ਅਸੀਂ ਇਸ ਤਰ੍ਹਾਂ ਸਿਖਾਉਂਦੇ ਹਾਂ ਜੀ, ਕ੍ਰੋਧ ਮਾੜੀ ਗੱਲ ਹੈ। ਪਰ ਇਹ ਨਹੀਂ ਦਿਖਾਉਂਦੇ ਕਿ ਜਦੋਂ ਮਨੁੱਖ ਦੇ ਮਨ ਦੇ ਵਿੱਚ ਦਵੈਤ ਹੁੰਦਾ ਹੈ, ਉਹਨੂੰ ਕ੍ਰੋਧ ਤੋਂ ਕੋਈ ਛਡਾ ਹੀ ਨਹੀਂ ਸਕਦਾ, ਭਾਵੇਂ ਉਹਨੂੰ ਨੈਤਿਕਤਾ ਦੇ ਹਜ਼ਾਰਾਂ ਪਾਠ ਪੜ੍ਹਾ ਦਿਓ। ਅਤੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਮਨੁੱਖ ਮਾਲਕ ਦੀ ਸਿਫਤ ਵਿੱਚ ਜੁੜਦਾ ਹੈ ਅਤੇ ਸ਼ਬਦ ਦਾ ਅਭਿਆਸ ਕਰਦਾ ਹੈ, ਉਹਦੀ ਦੇਹ ਜਿਹੜੀ ਸੰਸਾਰ ਨੇ ਜਾਂ ਉਹਦੇ ਮਨ ਨੇ ਜਾਂ ਉਹਦੀ ਅਸਾਦੀ ਹੋਈ ਬੁੱਧੀ ਨੇ ਪਲਿਊਟ ਕੀਤੀ ਹੁੰਦੀ ਹੈ, ਉਹਦੀ ਦੇਹ ਫਿਰ ਅੰਮ੍ਰਿਤਮਈ ਭਾਵ 'ਚ ਜਾਂਦੀ ਹੈ। ਅੰਮ੍ਰਿਤਮਈ ਭਾਵ ਦਾ ਭਾਵ ਇਹ ਹੈ ਕਿ ਉਹਦੇ ਅੰਦਰ ਜਿਹੜਾ ਦਵੈਸ਼, ਦਵੈਤ, ਤ੍ਰਿਸ਼ਨਾ, ਵਾਸ਼ਨਾ ਪੈਦਾ ਹੋ ਗਈਆਂ ਨੇ ਸੰਸਾਰ ਦੇ ਨਾਲ ਜੁੜਨ ਕਰਕੇ, ਉਹ ਹੌਲੀ ਹੌਲੀ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਕਰਕੇ ਜਿਹੜਾ ਕੀਰਤਨ ਕਰਨਾ ਜਾਂ ਗੁਰ ਸ਼ਬਦ ਦਾ ਅਭਿਆਸ ਕਰਨਾ ਇਹ ਆਮ ਗੱਲ ਨਹੀਂ ਹੈ। ਜਿਹੜੇ ਬਹੁਤ ਗਹਿਰੇ ਕਰਦੇ ਨੇ ਉਹਨਾਂ ਨੂੰ ਪਤਾ ਇਹਦੀ ਕੀ ਰਮਜ਼ ਹੈ। ਬਹੁਤ ਗਹਿਰੇ ਕਰਨ ਦਾ ਭਾਵ ਕਿ ਇਸ ਕਰਕੇ ਜਦੋਂ ਅਸੀਂ ਨਾ ਬਾਣੀ 'ਚ ਵਾਕ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਵਾਕ ਹੁੰਦਾ, ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ। ਇਹ ਹੁਣ ਹੀ ਆ ਖਿਆਲ ਪਿਛਲੇ 5-7 ਸਾਲਾਂ ਤੋਂ ਚੱਲਣ ਲੱਗ ਪਿਆ ਕਿ ਦੁਪਹਿਰ ਵੇਲੇ ਉੱਠ ਕੇ ਪਾਠ ਸ਼ੁਰੂ ਕਰ ਲਓ ਅਤੇ ਉਹ ਵੀ ਅੰਮ੍ਰਿਤ ਵੇਲਾ ਹੈ। ਮਨੁੱਖ ਦਾ ਇਹ ਸ਼ਹਿਰੀ ਸੁਸਾਇਟੀ ਨੇ ਪੈਦਾ ਕੀਤਾ ਹੈ, ਕਿਤੋਂ ਹੋਰੋਂ ਨਹੀਂ ਆਇਆ। ਉਹ ਇਹਨਾਂ ਨੇ ਪੈਦਾ ਕੀਤਾ ਕਿਉਂਕਿ ਜਿਹੜੀ ਬੰਦਗੀ ਦੀ ਆਮ ਤਰਜ਼ ਜਿਹੜੀ ਆਦਿ ਕਾਲ ਤੋਂ ਚੱਲੀ ਆ ਰਹੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਇਕਸੁਰ ਨਹੀਂ ਕਰਨਾ, ਉਹਨੂੰ ਆਪਣੇ ਮੇਚ ਦੀ ਕਰ ਲੈਣਾ। ਅੱਜ ਸਾਡੇ ਸਾਰੇ ਯਤਨ ਇਵੇਂ ਦੇ ਹਨ ਕਿ ਜਿਹੜੀ ਵੱਡੀ ਮਰਜ਼ਾਦਾ ਦੀ ਰਮਜ਼ ਹੈ ਉਹਨੂੰ ਉਵੇਂ ਅਪਣਾਉਣ ਦੀ ਬਜਾਏ ਆਪਣੀ ਸਹੂਲਤ ਮੁਤਾਬਕ ਵਾਚੋ, ਅਤੇ ਉਹਦੇ ਸਾਰੇ ਰੂਪ ਅਸੀਂ ਗੁਰੂ ਘਰ 'ਚ ਹੌਲੀ ਹੌਲੀ ਲਾਗੂ ਕਰੀ ਜਾਂਦੇ ਹਾਂ। ਉਹਦੇ ਵਿੱਚ ਕਦੀ ਨਹੀਂ ਵਾਚਿਆ ਕਿ ਸਾਡੀ ਅਧਿਆਤਮਿਕਤਾ ਦਾ ਕਿੰਨਾ ਨੁਕਸਾਨ ਹੋ ਰਿਹਾ ਇਹਦੇ ਨਾਲ। ਤਾਂ ਇਸ ਕਰਕੇ ਦੁਨੀਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪਹਿਲੇ ਪ੍ਰਥਮ ਦੇ ਵਿੱਚ, ਕਿਉਂਕਿ ਜਦੋਂ ਤੇਰੀ ਦੇਹ ਹੀ ਸਹਿਜ ਨਹੀਂ ਹੈ। ਹੁਣ ਉਦਾਹਰਨ ਦੇ ਤੌਰ 'ਤੇ ਕਿਸੇ ਨੂੰ ਗੱਲ ਸੁਣਾਉਣੀ ਹੋਵੇ ਨਾ, ਬੰਦਾ ਸਾਹਮਣੇ ਸੁਣ ਰਿਹਾ ਹੋਵੇ, ਉਹ ਕੋਈ ਹਰਕਤ ਅੱਗੇ ਪਿੱਛੇ ਦੀ ਕਰ ਰਿਹਾ ਹੋਵੇ ਨਾ, ਅਤੇ ਸੁਣਾਉਣ ਵਾਲਾ ਖਿੱਜੇ ਕਹਿੰਦਾ ਪਹਿਲਾਂ ਬੰਦਿਆਂ ਵਾਂਗ ਖਲੋ ਫਿਰ ਮੇਰੀ ਗੱਲ ਸੁਣ। ਜਿਹੜਾ ਪ੍ਰਭੂ ਦੀ ਅਸੀਮ ਗੁਣਾਂ ਦਾ ਸਾਡੀ ਦੇਹ ਵਿੱਚ ਵਾਸ ਹੋਣਾ ਹੈ, ਅਤੇ ਜੇ ਸਾਡੀ ਦੇਹ ਆਮ ਦੁਨੀਆਦਾਰੀ ਦੀ ਤੋਰ ਵਾਲੇ ਪੱਖ ਤੋਂ ਥੋੜ੍ਹੀ ਪਰਾਂ ਹੋ ਕੇ ਨਹੀਂ ਬੈਠੇਗੀ ਤਾਂ ਉਹ ਕਿਵੇਂ ਹੋ ਜਾਏਗਾ? ਜਦੋਂ ਧੂੜ ਉੱਡੀ ਹੋਵੇ ਕਿਸੇ ਨੂੰ ਸਪਸ਼ਟ ਦਿਖਾਈ ਦਿੰਦਾ? ਨਹੀਂ ਦਿੰਦਾ। ਜਦ ਕਦੇ ਉਦਾਹਰਨ ਦੇ ਤੌਰ 'ਤੇ ਅਸੀਂ ਟ੍ਰੈਫਿਕ 'ਚ ਗੁਜ਼ਰਦੇ ਹਾਂ, ਕਿਸੇ ਕਾਰਨ ਬਹੁਤ ਜ਼ਿਆਦਾ ਧੂੜ ਉੱਡ ਰਹੀ ਹੋਵੇ ਤਾਂ ਸਿਆਣੇ ਬੰਦੇ ਰੁਕ ਜਾਂਦੇ ਨੇ, ਉਹ ਕਹਿੰਦੇ ਥੋੜ੍ਹੀ ਜਿਹੀ ਉੱਤਰ ਜਾਏਗੀ ਫਿਰ ਚੱਲਾਂਗੇ। ਅਤੇ ਜਿਹੜੀ ਸਾਡੇ ਦਿਨ ਦੇ ਸਾਰੇ ਵੇਲੇ ਨੇ, ਉਦਾਹਰਨ ਇੱਥੋਂ ਤੱਕ ਕਿ ਰਾਤ ਸਾਡੀ 12 ਵਜੇ ਤੱਕ ਸਾਡੀ ਦੁਨੀਆਦਾਰੀ ਦੀ ਦੌੜ ਨਹੀਂ ਮੁੱਕਦੀ, ਫਿਰ ਸਾਡੇ ਕੋਲ ਕਿਹੜਾ ਵੇਲਾ ਬਚਦਾ ਹੈ ਜਿਹਦੇ ਵਿੱਚ ਦੁਨੀਆਦਾਰੀ ਦੀ ਦੌੜ ਰੁਕੇ ਥੋੜ੍ਹੀ ਬਹੁਤ,
ਤੇ ਅਸੀਂ ਆਪਣੀ ਭਗਤੀ ਦਾ ਕਰਮ ਸ਼ੁਰੂ ਕਰੀਏ ਤੇ ਉਹ ਅੰਮ੍ਰਿਤ ਵੇਲਾ ਬਣਦਾ। ਇਸ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਬੰਦਗੀ ਦਾ ਪਹਿਲਾ ਕਰਮ ਹੈ। ਦੂਜਾ ਬੰਦਗੀ ਦਾ ਕਰਮ ਕੀ ਹੈ? ਦੂਜਾ ਬੰਦਗੀ ਦਾ ਕਰਮ ਹੈ ਮਨੁੱਖ ਜਿਹੜਾ ਹੈ ਖਲਕਤ ਦੇ ਅੰਦਰ ਖਾਲਕ ਦੀ ਪਹਿਚਾਣ ਕਰੇ। ਮੈਂ ਆਰੰਭ ਦੇ ਵਿੱਚ ਅਰਜ਼ ਕਰ ਦਿੱਤੀ ਸੀ ਕਿ ਬੰਦਗੀ ਦਾ ਮਤਲਬ ਹੈ ਕਿ ਮਾਲਕ ਜਿੱਡੇ ਹੋਣ ਦੇ ਲਈ ਜਿੱਡੀ ਵੱਡੀ ਜੀਵਨ ਦੀ ਸਾਧਨਾ ਚਾਹੀਦੀ ਹੈ, ਉਸ ਸਾਰੀ ਸਾਧਨਾ ਦੇ ਲਈ ਆਪਣਾ ਹਰੇਕ ਸਵਾਸ ਲਗਾ ਦੇਣਾ ਬੰਦਗੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੰਦਗੀ ਦਾ ਦੂਜਾ ਰੂਪ ਮਨੁੱਖ ਖਲਕਤ ਦੇ ਅੰਦਰ ਖਾਲਕ ਦੀ ਪਹਿਚਾਣ ਕਰੇ। ਕਿਉਂਕਿ ਇਹ ਸਾਨੂੰ ਦੁਨੀਆ ਨੇ ਝੱਖ ਮਾਰਨ ਦੇ ਲਈ ਦ੍ਰਿਸ਼ਟੀਕੋਣ ਦਿੱਤੇ ਨੇ। ਰੰਗ ਦਾ ਭੇਦ ਦਿੱਤਾ ਹੈ, ਜਾਤ ਦਾ ਭੇਦ ਦਿੱਤਾ ਹੈ, ਅਮੀਰੀ ਗਰੀਬੀ ਦਾ ਭੇਦ ਦਿੱਤਾ ਹੈ, ਸਿਆਣੇ ਮੂਰਖ ਦਾ ਭੇਦ ਦਿੱਤਾ ਹੈ। ਇਹ ਦੁਨੀਆ ਦਾ ਝੱਖ ਅਸੀਂ ਨਾਲ ਜਿਉਂ ਰਹੇ ਹਾਂ। ਜਿਹੜਾ ਮਾਲਕ ਨੇ ਸਾਨੂੰ ਰੂਹਾਨੀ ਜੀਵਨ ਦਿੱਤਾ ਸੀ ਉਹਦੇ ਵਿੱਚ ਤਾਂ ਕੋਈ ਫਰਕ ਹੈ ਹੀ ਨਹੀਂ ਸੀ, ਪਿੰਨ ਭੇਦ ਹੈ ਹੀ ਨਹੀਂ ਸੀ। ਬੱਚੇ ਨੂੰ ਜਿੰਨੇ ਬਾਂਹ ਉਲਾਰੀ ਬੱਚਾ ਉਹਦੇ ਤਰਫ ਹੀ ਚਲ ਗਿਆ। ਇਹ ਬੱਚੇ ਨੂੰ ਖਿਆਲ ਸੰਸਾਰ ਨੇ ਦਿੱਤਾ ਕਿ ਇਹ ਆਪਣੇ ਨੇ, ਇਹਨਾਂ ਦੀ ਗੋਦ 'ਚ ਚੜ੍ਹ, ਇਹ ਪਰਾਏ ਨੇ, ਇਹਨਾਂ ਦੀ ਗੋਦ 'ਚ ਨਹੀਂ ਜਾਣਾ। ਇਹ ਦੁਨੀਆ ਦਾ ਹਰੇਕ ਬੰਦਾ ਦੁਨੀਆ ਦੇ ਇਸ ਝੱਖ ਨਾਲ ਠੱਗਿਆ ਜਾਂਦਾ ਹੈ। ਅਤੇ ਜਿਹੜਾ ਬੰਦਗੀ ਦਾ ਦੂਜਾ ਕਰਮ ਹੈ ਖਲਕਤ ਦੇ ਅੰਦਰ ਖਾਲਕ ਦੀ ਪਹਿਚਾਣ ਕਰਨੀ, ਅਤੇ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਖਲਕ ਵਸੈ ਰੱਬ ਮਾਹੇ ਦੀ ਰਮਜ ਬੜੀ ਸੂਖਮ ਹੈ ਕਿ ਤੂੰ ਭਾਵੇਂ ਇਹਨਾਂ ਲੋਕਾਂ ਦੀ ਪਵਿੱਤਰਤਾ ਨੂੰ ਨਹੀਂ ਜਾਣਦਾ, ਇਹਨਾਂ ਦੇ ਜੀਵਨ ਦੀ ਉਚਾਈ ਨੂੰ ਨਹੀਂ ਜਾਣਦਾ, ਪਰ ਇਹ ਆਪਣੀ ਬੰਦਗੀ ਕਰਕੇ, ਗਿਆਨ ਕਰਕੇ, ਧਰਮ ਦੇ ਅਭਿਆਸ ਕਰਕੇ ਮਾਲਕ ਦਾ ਨਿਸ਼ਾਨ ਨੇ ਧਰਤੀ 'ਤੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਜਾ ਨੁਕਤਾ ਬੰਦਗੀ ਕਰਨ ਦਾ, ਖਲਕਤ ਦਾ ਭਾਵ ਇਹ ਦੁਨੀਆ, ਸਾਰਾ ਜਗਤ, ਜਿੰਨੇ ਲੋਕ ਨਜ਼ਰ ਆਉਂਦੇ ਨੇ, ਇਹਦੇ ਅੰਦਰ ਖਾਲਕ, ਜੇ ਇਹਨਾਂ ਨੂੰ ਰੂਪਾਂ ਦੇ ਪੱਧਰ 'ਤੇ ਦੇਖੇਗਾ, ਜੇ ਆਪ ਸੋਹਣਾ ਹੋਏਗਾ ਦੂਜੇ ਨੂੰ ਕੁਸੋਹਣਾ ਮੰਨੇਗਾ। ਇਸ ਕਰਕੇ ਰੰਗ ਦਾ ਭੇਦ ਪੈਦਾ ਹੋਏਗਾ। ਇਸ ਕਰਕੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਖਲਕਤ ਦੇ ਅੰਦਰ ਖਾਲਕ ਦੀ ਪਹਿਚਾਣ ਕਰਨੀ ਇਹ ਬੰਦਗੀ ਦਾ ਕਰਮ ਹੈ। ਅਤੇ ਇਹਦੇ ਲਈ ਤੈਨੂੰ ਕੀ ਕਰਨਾ ਪਏਗਾ? ਹਰੇਕ ਮਨੁੱਖ ਦੀ ਜੋ ਵੀ ਉਹਦੇ ਜੀਵਨ ਦਾ ਅਦਬ ਹੈ ਉਹਨੂੰ ਪ੍ਰਮੁੱਖ ਰੱਖਣਾ ਪਏਗਾ ਹਰੇਕ ਨੁਕਤੇ ਤੋਂ। ਜੇ ਉਹ ਦੂਜੇ ਧਰਮ ਦਾ ਹੈ ਤਾਂ ਤੈਨੂੰ ਇੱਕ ਸਤਿਕਾਰ ਭਾਵ ਵਿੱਚ ਰਹਿਣਾ ਪਏਗਾ। ਉਹ ਕਿਸੇ ਦੂਜੀ ਭਾਸ਼ਾ ਦਾ ਹੈ ਤਾਂ ਤੈਨੂੰ ਉਹਨੂੰ ਸਤਿਕਾਰ ਦੇਣਾ ਪਏਗਾ। ਇੰਨਾ ਜ਼ਿਆਦਾ ਬੰਦਗੀ ਦਾ ਰੂਪ ਬਣੇਗਾ ਤਾਂ ਤੈਨੂੰ ਖਲਕਤ ਦੀ ਪਹਿਚਾਣ ਆਏਗੀ। ਇਸ ਕਰਕੇ ਜਦੋਂ ਗੁਰੂ ਸਾਹਿਬ ਨੇ ਕਿਹਾ ਜਿਨ ਪ੍ਰੇਮ ਕੀਓ ਤਿਨਿ ਪ੍ਰਭ ਪਾਇਓ, ਅਤੇ ਕਿਹਾ ਜਾਂਦਾ ਪ੍ਰੇਮ ਦੀ ਕੋਈ ਭਾਸ਼ਾ ਨਹੀਂ ਹੁੰਦੀ। ਪਿਛਲੇ ਸਮੇਂ 'ਚ ਨਾ ਇੱਕ ਵਾਰੀ ਕਿਤੇ ਅਰਬ ਦੇ ਕਿਸੇ ਬੰਦੇ ਨੇ ਅਰਬੀ ਦੇ ਵਿੱਚ ਗੀਤ ਗਾਇਆ, ਅਰਬੀ ਭਾਸ਼ਾ ਦੇ ਵਿੱਚ, ਤਾਂ ਉਹ ਬਹੁਤ ਮਤਲਬ ਖਰਬਾਂ ਦੀ ਗਿਣਤੀ ਦੇ ਵਿੱਚ ਉਹ ਗੀਤ ਸੁਣਿਆ ਗਿਆ। ਸੁਣਨ ਵਾਲੇ ਸਾਰੇ ਅਰਬੀ ਲੋਕ ਨਹੀਂ ਸਨ, ਸੁਣਨ ਵਾਲੇ ਹੋਰ ਭਾਸ਼ਾਵਾਂ ਦੇ ਲੋਕ ਸਨ। ਬਾਅਦ 'ਚ ਉਸ ਗੀਤ ਦੇ ਬਾਰੇ ਥੋੜ੍ਹਾ ਜਿਹਾ ਸਰਵੇ ਹੋਇਆ ਕਿ ਇੰਨੇ ਸੁਣਨ ਵਾਲੇ ਕੌਣ ਨੇ ਇਸ ਗੀਤ ਨੂੰ, ਤਾਂ ਬਾਅਦ ਸਿੱਟੇ 'ਤੇ ਪਹੁੰਚੇ ਕਿ ਨਹੀਂ, ਇਸ ਗੀਤ ਦੇ ਅੰਦਰ ਇੱਕ ਜਿਹੜੀ ਭਾਵ ਦੀ ਭਾਸ਼ਾ ਇੰਨੀ ਜ਼ਿਆਦਾ ਜਿਹੜੀ ਮਜ਼ਬੂਤ ਹੈ, ਉਪਜਾਊ ਹੈ, ਫਰਟਾਈਲ ਹੈ ਕਿ ਇਹ ਦੂਜੇ ਬੰਦੇ ਨੂੰ ਭਾਵ ਇਹਦਾ ਅਰਥ ਭਾਵੇਂ ਨਾ ਸਮਝ ਆਵੇ, ਪਰ ਇਹਦਾ ਜਿਹੜਾ ਅੰਦਰਲਾ ਸੰਗੀਤ ਹੈ ਉਹਦੀ ਰੂਹ ਨੂੰ ਨਸ਼ਾ ਚਾੜ੍ਹ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਰ ਬੰਦਗੀ ਦਾ ਦੂਜਾ ਭਾਵ ਇਹ ਹੈ ਕਿ ਖਲਕਤ ਦੇ ਅੰਦਰ ਖਾਲਕ ਦੀ ਪਹਿਚਾਣ ਕਰਨੀ, ਇਹ ਦੂਜਾ ਕਰਮ। ਤੀਜਾ ਕਰਮ ਆਖਦੇ ਹਨ ਕਿ ਜਿਹੜਾ ਕਰ ਬੰਦਗੀ ਦਾ ਹੈ ਉਹ ਹੈ ਮਨੁੱਖ ਆਪਣੀਆਂ ਇੰਦਰੀਆਂ ਦਾ, ਆਪਣੇ ਮਨ ਦਾ, ਬੁੱਧੀ ਦਾ ਸੰਜਮ ਪੈਦਾ ਕਰੇ। ਸੰਜਮ ਦਾ ਭਾਵ ਇਹ ਹੈ ਕਿ ਜੋ ਜੀਵਨ ਦਾ ਤਾਣ ਮਿਲਿਆ ਹੈ ਮਨ ਕਰਕੇ, ਇੰਦਰੀਆਂ ਕਰਕੇ, ਇਹ ਬੜਾ ਪਵਿੱਤਰ ਮਿਲਿਆ ਹੋਇਆ। ਬੱਚੇ ਦੀ ਦੇਖਣੀ ਕਦੇ ਦੇਖੋ ਗੌਰ ਦੇ ਨਾਲ। ਇੱਕ ਅੰਗਰੇਜ਼ ਵਿਦਵਾਨ ਹੋਈ, ਉਹਨੇ ਆਪਣੀ ਜ਼ਿੰਦਗੀ 47 ਸਾਲ ਤੋਂ ਕਰੀਬ ਬੱਚਿਆਂ ਦੇ ਉੱਪਰ ਸਟੱਡੀ ਕਰਨ 'ਚ ਬਤੀਤ ਕੀਤੀ। ਉਹਨੇ ਇੱਕ ਬੜਾ ਕਮਾਲ ਦਾ ਨੁਕਤਾ ਦੱਸਿਆ। ਉਹ ਉਹਦੇ ਕਹਿਣ ਮੁਤਾਬਕ ਕਿ ਜਦ ਮਨੁੱਖ ਆਪਣੇ ਜੀਵਨ ਦੀ ਡਿਵਾਈਨਨੈਸ ਨੂੰ ਦੇਖਣਾ ਹੋਵੇ, ਦੈਵੀਪਣ ਨੂੰ ਦੇਖਣਾ ਹੋਵੇ, ਤਾਂ ਉਹ ਆਪਣੇ ਜੀਵਨ ਨੂੰ ਬਚਪਨ ਦੇ ਵਿੱਚੋਂ ਬੁੱਝੇ ਕਿ ਉਹਦੇ ਅੰਦਰ ਸੰਸਾਰ ਨੂੰ ਜਾਣਨ ਦੀ ਚਾਹਤ ਹੈ, ਪਰ ਉਸ ਜਾਣਨ ਦੀ ਚਾਹਤ ਵਿੱਚ ਨੁਕਸ ਸੰਸਾਰ ਹੀ ਪਾਉਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਬੰਦਗੀ ਦਾ ਤੀਜਾ ਰੂਪ ਆਪਣੇ ਜੀਵਨ ਦੇ ਵਿੱਚ ਮਨ, ਬੁੱਧ, ਇੰਦਰੀਆਂ ਦਾ ਅਗਿਆਨ ਵਾਲਾ, ਵਕਾਰਾਂ ਵਾਲਾ ਸੰਜਮ ਪੈਦਾ ਕਰੇ। ਭਾਵ ਕਿ ਨੇਤਰ ਨੇ ਦੇਖਣ ਦਾ ਕਾਰਜ ਕਰਨਾ ਹੈ, ਪਰ ਇਹ ਮਾਲਕ ਦੀ ਕਿਸੇ ਰਚਨਾ ਨੂੰ ਮੈਲੀ ਨਜ਼ਰ ਦੇ ਨਾਲ ਦੇਖਣ ਦਾ ਕਰਮ ਨਾ ਕਰਨ ਦੇਵੇ। ਇਸ ਕਰਕੇ ਆਪਣੇ ਨੇਤਰਾਂ ਨੂੰ ਕਿਸੇ ਰੂਹਾਨੀ ਪਵਿੱਤਰਤਾ ਦੇ ਵਿੱਚ ਰੱਖਣਾ ਹੈ। ਇਸ ਤਰ੍ਹਾਂ ਦਾ ਕਰਮ ਕਰਨਾ ਵੀ ਬੰਦਗੀ ਹੈ।
ਬੰਦਗੀ ਦਾ ਮਤਲਬ ਹੈ 24 ਘੰਟੇ ਦੇ ਵਿੱਚ ਜਿੰਨੇ ਸਾਹ ਨੇ ਇਹ ਸਾਰੇ ਮਾਲਕ ਦੀ ਰੂਹਾਨੀ ਤਹਿਜੀਬ ਦੇ ਵਿੱਚ ਨਿਕਲਣੇ ਚਾਹੀਦੇ ਨੇ, ਅਤੇ ਅਸੀਂ ਉਹਦਾ ਰੂਪ ਕੀ ਬਣਾਇਆ? 1 ਘੰਟਾ। ਇਸੇ ਕਰਕੇ ਸਾਨੂੰ ਅੱਜ ਨਾ ਸਾਡਾ ਆਪਣਾ ਜੀਵਨ ਬੰਦਗੀ ਦੇ ਨਾਲ ਬਦਲਦਾ, ਨਾ ਕਿਸੇ ਦੂਜੇ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਹੈ। ਕੀ ਦੇਖਦਾ ਹੈ ਕਿ ਪਿਓ ਸਵੇਰੇ ਗੁਰੂ ਘਰ ਪਵਿੱਤਰਤਾ ਦਾ ਮੁਜੱਸਮ ਬਣਿਆ ਹੈ, ਘਰ ਆ ਕੇ ਉਹ ਮਲੀਨਤਾ ਦਾ ਪੁਤਲਾ ਬਣ ਗਿਆ। ਬੱਚਾ ਜਦੋਂ ਇਸ ਇਨਡਿਫਰੈਂਸ ਨੂੰ ਦੇਖਦਾ ਹੈ, ਉਹ ਕਿਸ ਰੂਪ ਦਾ ਨਿਰਣਾ ਕਰੇ? ਇਸ ਕਰਕੇ ਜਿਹੜੀ ਬੰਦਗੀ ਅਸੀਂ ਕੁਝ ਘੰਟਿਆਂ ਦੀ ਬਣਾ ਲਈ ਹੈ, ਇਹਦਾ ਮਤਲਬ ਹੈ ਅਸੀਂ ਦੁਨੀਆਦਾਰੀ ਦੇ ਨੁਕਤੇ ਤੋਂ ਬੰਦਗੀ ਨੂੰ ਇੱਕ ਸੁਰ। ਮੈਂ ਕਈ ਵਾਰੀ ਦੇਖਦਾ ਕਿੱਥੇ, ਚਲੋ ਆਪਣਾ ਅਭਿਆਸ ਬੜਾ ਰੋਕ ਲਿਆ ਹੁਣ ਤਾਂ, ਕਿਸੇ ਨਾਲ ਕਿਸੇ ਗਿਆਨ ਦੀ ਚਰਚਾ ਦੀ ਇਸ ਤੋਂ ਪਰਾਂ ਗੱਲ ਕਰਨੀ, ਉਹ ਇਸ ਨੂੰ ਅਕਾਊਪੁਣਾ ਮੰਨਦੇ ਸਨ। ਇੱਥੋਂ ਪਰਾਂ ਕਿਤੇ ਸਟੇਜ ਤੋਂ ਪਰਾਂ ਕਿਤੇ ਗਿਆਨ ਦੀ ਗੱਲ ਕਰਨੀ, ਉਸ ਨੂੰ ਅਕਾਊਪੁਣਾ ਮੰਨਦੇ ਸਨ। ਫਿਰ ਸੰਕੇਤ ਆਉਂਦਾ ਸੀ ਕਿ ਬੰਦੇ ਜਦੋਂ ਉਸ ਕਰਮ ਵਿੱਚ ਵੀ ਬੈਠੇ ਹੋਣਗੇ ਅਤੇ ਉਦੋਂ ਵੀ ਉਨੇ ਇਕਾਗਰ ਨਹੀਂ ਹੋਣਗੇ। ਇਸ ਕਰਕੇ ਕਰ ਬੰਦਗੀ ਦਾ ਤਾਂ ਕਰਕੇ ਜਿਹੜੇ ਸਿਆਣੇ ਪੁਰਖ ਹਨ, ਕਿਸੇ ਮੈਂ ਬਹੁਤ ਵੱਡੇ ਸੰਗੀਤਕਾਰ ਦੀ ਮੈਂ ਸੰਗਤ ਕੀਤੀ, ਤਾਂ ਉਹਨੂੰ ਉਹਦੇ ਕਿਸੇ ਚੇਲੇ ਨੇ ਪੁੱਛਿਆ, ਜੀ ਰਿਆਜ਼ ਕਿੰਨਾ ਕੁ ਕਰਨਾ ਚਾਹੀਦਾ, ਕਿੰਨੇ ਕੁ ਘੰਟੇ ਸੰਗੀਤ ਦਾ ਸੁਰ ਦਾ ਅਭਿਆਸ ਕਰਨਾ ਚਾਹੀਦਾ? ਉਹਦੇ ਲਾਗੇ ਹੋਰ ਚੇਲੇ ਵੀ ਬੈਠੇ ਸਨ। ਉਹ ਬੜਾ ਉੱਚ ਵਿੱਦਿਆ ਵਾਲਾ ਬੰਦਾ ਸੀ, ਸੰਗੀਤ ਵਾਲਾ। ਉਹ ਕਹਿਣ ਲੱਗਾ ਕਿ ਉਹਨੇ ਇਹ ਗੱਲ ਨਹੀਂ ਕੀਤੀ, ਉਹਨੇ ਗੱਲ ਹੀ ਕੁਝ ਹੋਰ ਕੀਤੀ। ਕਹਿਣ ਲੱਗਾ, ਆਪ श्वास लेने के बिना कितना कुछ समा जीवित रह सकते हैं। मतलब आप श्वास ना हिंदी ਵਿੱਚ ਕਿਹਾ ਉਹਨੇ। ਤਾਂ ਉਹ ਕਹਿਣ ਲੱਗਾ, ਜੀ ਵੱਧ ਤੋਂ ਵੱਧ 1-2 ਮਿੰਟ ਫਿਰ ਨਾ ਸਾਹ ਲਵਾਂਗਾ ਮਰ ਜਾਵਾਂਗਾ। ਅਤੇ ਕਹਿੰਦਾ ਫਿਰ ਰਿਆਜ਼ ਕਾ ਵੀ ਇਹੀ ਗੱਲ ਹੈ ਵੀ ਜੇ ਤੂੰ ਆਪਣੇ ਸੁਰ ਦੀ ਸਾਧਨਾ ਦੇ ਵਿੱਚ ਹਰ ਵੇਲੇ ਨਹੀਂ ਜੁੜੇਗਾ ਅਤੇ ਤੂੰ ਰਾਗੀ ਸੰਗੀਤਕਾਰ ਨਹੀਂ ਬਣੇਗਾ। ਇਹਨੂੰ ਜੀਵਨ ਦਾ ਆਧਾਰ ਹੀ ਬਣਾਉਣਾ ਪੈਂਦਾ। ਹੈਰਾਨਗੀ ਦੀ ਗੱਲ ਹੈ, ਮੈਂ ਕਿਸੇ ਦਫਾ ਆਪਣੇ ਨਗਰ ਦੇ ਵਿੱਚ ਇਹ ਗੱਲ ਸੁਣੀ। ਉਹ ਸਾਡੇ ਪੰਡਿਤ ਲੋਕ ਸਨ, ਤਾਂ ਆਪਣੀ ਦੁਕਾਨ ਦੇ ਵਿੱਚ 3 ਦਫਾ ਪੂਜਾ ਅਰਚਨਾ ਕਰਦੇ ਸਨ। ਤਾਂ ਕੋਈ ਗਾਹਕ ਉਹਨਾਂ ਦੇ ਆਇਆ, ਕਹਿਣ ਲੱਗਾ, ਜੀ ਪੰਡਿਤ ਜੀ ਕਿ ਤੁਸੀਂ ਸਵੇਰੇ ਕਰ ਲਿਆ, ਸ਼ਾਮੀ ਕਰ ਲਿਆ, ਦੁਪਹਿਰ ਵੇਲੇ ਵੀ ਲੱਗੇ ਹੋਏ ਹੋ। ਤਾਂ ਉਹਨੇ ਬੜਾ ਸਾਦਾ ਜਿਹਾ ਜਵਾਬ ਦਿੱਤਾ, ਕਹਿੰਦਾ, ਕੀ ਦੁਪਹਿਰ ਨੂੰ ਤੂੰ ਭੋਜਨ ਪਾਣੀ ਨਹੀਂ ਕਰਦਾ? ਜੇ ਆਪਣੇ ਇੱਕ ਸਰੀਰਕ ਜੀਵਨ ਨੂੰ ਜਿਉਣ ਲਈ 3 ਦਫਾ ਭੋਜਨ ਦੀ ਲੋੜ ਸਮਝਦਾ ਹੈ, ਅਤੇ ਆਪਣੇ ਰੂਹਾਨੀ ਜੀਵਨ ਨੂੰ, ਅਧਿਆਤਮਿਕ ਜੀਵਨ ਨੂੰ ਉੱਚਾ ਕਰਨ ਲਈ ਵੀ ਮਾਲਕ ਦੀ 3 ਦਫਾ, ਭਾਵੇਂ ਉਹਦਾ ਜਵਾਬ ਸਾਦਾ ਸੀ ਪਰ ਉਹਦੇ ਵਿੱਚ ਗਿਆਨ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅੱਲਾਹ ਕੀ ਕਰ ਬੰਦਗੀ, ਆਪਣੀਆਂ ਇੰਦਰੀਆਂ ਦਾ ਸੰਜਮ ਪੈਦਾ ਕਰ। ਸੰਜਮ ਪੈਦਾ ਕਰਨ ਦਾ ਮਤਲਬ ਹੈ ਜੋਬਨ ਅਵਸਥਾ ਵਿੱਚ ਆਏਗਾ, ਰੂਪ ਦੀ ਖਾਹਿਸ਼ ਪੈਦਾ ਹੋਏਗੀ ਅਤੇ ਉਹਦੇ ਨਾਲ ਕਾਮ ਪੈਦਾ ਹੋਗਾ, ਅਤੇ ਉਹਨੇ ਤੇਰੀ ਮਲੀਨਤਾ ਬਣਾ ਦੇਣੀ ਹੈ, ਅਤੇ ਤੇਰੇ ਨੇਤਰ ਜਿਹੜੇ ਹਨ ਰੂਹਾਨੀ ਬੰਦਗੀ ਦੀ ਤਹਿਜੀਬ ਤੋਂ ਪਰਾਂ ਚਲੇ ਜਾਣਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਆਪਣੀਆਂ ਇੰਦਰੀਆਂ ਦਾ ਸੰਜਮ ਪੈਦਾ ਕਰਨਾ ਇਹ ਵੀ ਬੰਦਗੀ ਦਾ ਕਰਮ ਹੈ। ਹੁਣ ਇਸ ਬੰਦਗੀ ਦਾ ਰੂਪ ਸਾਰ ਕਰਾਂਗੇ ਤਾਂ ਕਿੰਨਾ ਕੁਝ ਬਿਆਨ ਕੀਤਾ ਜਾ ਸਕਦਾ ਹੈ। ਆਪਣੇ ਚੱਲਣ ਦਾ, ਦੇਖਣ ਦਾ, ਬੋਲਣ ਦਾ, ਸੁਣਨ ਦਾ, ਸਾਰਾ ਇੱਕ ਵੱਡਾ ਜਬਤ ਰੱਖਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਰ ਬੰਦਗੀ ਜੇ ਸਿਮਰਤ ਦੁੱਖ ਜਾਏ। ਜੇ ਸਿਮਰਤ ਦੁੱਖ ਜਾਏ ਦਾ ਭਾਵ ਕੀ ਹੈ ਕਿ ਜਦੋਂ ਖਲਕਤ ਦੇ ਅੰਦਰ ਖਾਲਕ ਦੇ ਇੱਕ ਹੋਣ ਦਾ ਅਭਿਆਸ ਕਰੇਗਾ, ਤੇਰਾ ਦਵੈਤ ਮਿਟੇਗਾ, ਆਪਣੇ ਬਗਾਨੇ ਪਰਾਏ ਦੀ ਸੂਝ ਮਿਟੇਗੀ, ਤੈਨੂੰ ਸਾਰਾ ਜਗਤ ਸੁਹਾਵਣਾ ਲੱਗੇਗਾ। ਜਦੋਂ ਤੇਰੀ ਇੰਦਰੀ ਮਨ ਤੇਰਾ ਨਿਰਮਲ ਰਹੇਗਾ ਅੱਲਾ ਦੀ ਬੰਦਗੀ ਦੇ ਨਾਲ, ਤਾਂ ਤੈਨੂੰ ਵਿਕਾਰਾਂ ਦੀ ਤਰਫੋਂ ਕੋਈ ਡਰ ਨਹੀਂ ਰਹੇਗਾ। ਤੈਨੂੰ ਇਹ ਨਹੀਂ ਰਹੇਗਾ ਕਿ ਮੈਂ ਵਿਕਾਰਾਂ ਮਗਰ ਲੱਗ ਕੇ ਪਾਪੀ ਅਵਗੁਣੀ ਹੋ ਗਿਆ। ਜਦੋਂ ਤੂੰ ਆਪਣੇ ਜੀਵਨ 'ਚ ਮਾਲਕ ਦੀ ਜੋਤ ਨੂੰ ਪਛਾਣ ਲਏਗਾ, ਉਹਦੇ ਨਾਲ ਇੱਕ ਸੁਰ ਹੋ ਜਾਏਗਾ, ਅਤੇ ਜਿਹੜਾ ਮਰਨ ਦਾ ਵੱਡਾ ਡਰ ਹੈ ਉਹ ਵੀ ਤੇਰੇ ਸਾਹਮਣੇ ਨਹੀਂ ਰਹੇਗਾ। ਇਸ ਕਰਕੇ ਜਿਹੇ ਸਿਮਰਤ ਦੁੱਖ ਜਾਏ, ਜੇ ਇੰਝ ਬੰਦਗੀ ਦਾ ਅਭਿਆਸ ਕਰਦਾ ਚਾਹ ਚੱਲਿਆ ਜਾਂਦਾ। ਮੈਂ ਬੰਦਗੀ ਦੇ ਸੰਬੰਧ ਵਿੱਚ ਆਪਣੇ ਅਧਿਆਪਕਾਂ ਦਾ ਇੱਕ ਕਥਨ ਸੁਣਿਆ ਸੀ। ਮੈਂ ਕਿਹਾ, ਜੀ ਬੰਦਗੀ ਬੜਾ ਸਰਲ ਜਿਹਾ ਸਮਝਾਓ ਜਿਹੜਾ ਦੂਜੇ ਨੂੰ ਵੀ ਦੱਸਿਆ ਜਾ ਸਕੇ। ਉਹ ਕਹਿਣ ਲੱਗੇ, ਇੱਕ ਜਾਨਵਰ ਹੈ, ਪੰਛੀ, ਜਿਹੜਾ ਉਂਝ ਇਕੱਲਾ ਹੀ ਆਕਾਸ਼ 'ਚ ਉੱਡਿਆ ਫਿਰਦਾ ਹੈ, ਪਰ ਉਹਦੇ ਆਕਾਸ਼ ਵਿੱਚ ਉੱਡਣ ਦੇ ਵਿੱਚ ਦੋਵੇਂ ਤਰ੍ਹਾਂ ਖਤਰੇ ਨੇ। ਜਾਂ ਤਾਂ ਉੱਪਰੋਂ ਆਕਾਸ਼ 'ਚੋਂ ਆ ਕੇ ਉਹਨੂੰ ਕੋਈ ਫੜ ਲਏਗਾ, ਜਾਂ ਜਦੋਂ ਉਹ ਧਰਤੀ 'ਤੇ ਹੇਠਾਂ ਉਤਰਿਆ ਕਿਸੇ ਸ਼ਿਕਾਰੀ ਦੇ ਜਾਲ ਵਿੱਚ ਪਕੜਿਆ ਜਾਏਗਾ। ਜਦੋਂ ਉਹ ਰਾਤ ਦਾ ਵਿਰਾਮ ਕਰੇਗਾ ਉਦੋਂ ਵੀ ਉਹਨੂੰ ਖਤਰਾ ਹੈ। ਇੱਕ ਇਹ ਜੀਵਨ ਹੈ ਉਹਦਾ। ਇੱਕ ਦੂਜਾ ਜੀਵਨ ਹੈ ਕਿ ਉਹ ਆਪਣੀ ਉਡਾਣ ਨੂੰ ਥੋੜ੍ਹਾ ਸੀਮਤ ਕਰ ਲਏ ਅਤੇ ਕਿਸੇ ਪਿੰਜਰੇ ਦੀ ਜਿਹੜੀ ਹੈ ਚੌਗਿਰਦਾ ਪ੍ਰਵਾਨ ਕਰ ਲਏ, ਤਾਂ ਉਹ ਕਾਲ ਦੇ ਖਤਰਿਆਂ ਤੋਂ ਬਚ ਜਾਏਗਾ ਅਤੇ ਉਹਦਾ ਜੀਵਨ ਸੁਖਦਾਈ ਹੋ ਜਾਏਗਾ। ਇਸ ਕਰਕੇ ਹੁਣ ਤਾਂ ਚਲੋ ਲੋਕਾਂ ਦੀ ਤਹਿਜੀਬ ਹੀ ਵਿਗੜ ਗਈ। ਮੈਂ ਆਪਣੇ
ਕਿਸੇ ਨਿਕਟਵਰਤੀ ਨੂੰ ਜਾਣਦਾ। ਉਹਨਾਂ ਨੇ ਬੜਾ ਤਰਫ ਬਹੁਤ ਵੱਡੇ ਪੰਛੀਆਂ ਦੇ ਸ਼ੌਕੀਨ ਨੇ ਪਾਲਣ ਦੇ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਨੇਮ ਬਣਾਇਆ। ਜਿਸ ਦਿਨ ਉਹਨਾਂ ਨੂੰ ਲੱਗਣ ਲੱਗ ਪਏ ਨਾ ਕਿ ਜਿਹੜਾ ਪੰਛੀ ਹੈ ਹੁਣ ਇਹ ਬਿਲਕੁਲ ਮਤਲਬ ਕਿ ਜਿਹਨੂੰ ਕਹਿ ਲਓ ਯਕੀਨ ਵਿੱਚ ਢਲ ਗਿਆ ਹੈ, ਉਸ ਦਿਨ ਉਹਨੂੰ ਆਜ਼ਾਦ ਕਰ ਦਿੰਦੇ ਨੇ, ਮਤਲਬ ਪਿੰਜਰੇ 'ਚ ਨਹੀਂ ਰੱਖਦੇ। ਫਿਰ ਉਹ ਘਰ ਦੇ ਕਿਸੇ ਨਾ ਕਿਸੇ ਹਿੱਸੇ 'ਤੇ ਸਾਰਾ ਦਿਨ ਤੱਕ ਛੱਤ 'ਤੇ ਵੀ ਉਹਨਾਂ ਦਾ ਬਹੁਤ ਕੀਮਤੀ ਇੱਕ ਉਹਨਾਂ ਤੋਤਾ ਜਾਨਵਰ ਪੰਛੀ ਰੱਖਿਆ ਹੋਇਆ ਸੀ। ਉਹ ਕਹਿੰਦਾ ਕਿ ਅਸੀਂ ਇਹਨੂੰ ਪਿਛਲੇ 4 ਸਾਲ ਤੋਂ ਪਿੰਜਰੇ ਤੋਂ ਮੁਕਤ ਕੀਤਾ, ਸਾਡੇ ਦੀਵਾਰ ਤੋਂ ਉੱਡ ਕੇ ਕਦੀ ਗਿਆ ਨਹੀਂ। ਜਦੋਂ ਅਸੀਂ ਬੰਦਗੀ ਦੇ ਨੇਮ ਵਿੱਚ ਢਲ ਕੇ ਭਾਣੇ ਦੇ ਸ਼ਬਰ ਸ਼ੁਕਰਾਨੇ ਦੇ ਨਾਲ ਲੱਗ ਜਾਂਦੇ, ਪਤਾ ਲੱਗ ਜਾਂਦਾ ਕਿ ਹੁਣ ਇਹ ਬਾਹਰ ਨਹੀਂ ਜਾਏਗਾ ਕਿਤੇ, ਇਹ ਮਨਮੁਖਤਾ ਵਾਲੇ ਪਾਸੇ ਦੁਨੀਆਦਾਰੀ ਦੀ ਤਰਫ ਨਹੀਂ ਭੱਜੇਗਾ, ਫਿਰ ਮਾਲਕ ਆਜ਼ਾਦ ਵੀ ਕਰ ਦਿੰਦਾ। ਇਸ ਕਰਕੇ ਪਹਿਲਾ ਜਿਹੜਾ ਜੀਵਨ ਹੈ ਉਹ ਬੰਦਗੀ ਦੇ ਵਿੱਚ ਕਿਸੇ ਜਾਬਤੇ ਵਿੱਚ ਰਹਿ ਕੇ ਜਿਉਣਾ ਪੈਦਾ ਹੈ। ਨਿੱਕੇ ਹੁੰਦਿਆਂ ਜ਼ਿਆਦਾ ਦਬਕੇ ਮਾਰਦੇ ਨੇ ਮਾਂ ਪਿਓ, ਵੱਡਿਆਂ ਕਿਉਂ ਨਹੀਂ ਮਾਰਦੇ? ਉਹਨੂੰ ਪਤਾ ਹੁਣ ਇਹਦੀ ਬੁੱਧੀ ਇੰਨੀ ਕੁ ਵਿਕਸਿਤ ਹੋ ਗਈ ਕਿ ਆਪਣਾ ਚੰਗਾ ਮੰਦਾ ਵਾਚ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹ ਸਿਮਰਤ ਦੁੱਖ ਜਾਏ। ਬੰਦਗੀ ਦੇ ਇਸ ਅਭਿਆਸ ਦੇ ਨਾਲ ਤੇ ਸਾਡੀ ਸਮੱਸਿਆ ਹੈ, ਮੈਂ ਕਈ ਵਾਰੀ ਬਿਰਤਾਂਤ ਸੁਣਦਾ ਬੜਾ ਦੁੱਖ ਹੁੰਦਾ ਹੈ ਕਿ ਇੱਕ ਅਰਥ ਬਣਾ ਦਿੱਤਾ ਗਿਆ ਉਹਦਾ। ਇਹ ਤਾਂ ਪੂਰਾ ਜੀਵਨ ਹੈ ਬੰਦਗੀ, ਉਹਦਾ ਇੱਕ ਅਰਥ ਬਣਾ ਦਿੱਤਾ ਗਿਆ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਜਿਹ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ। ਹੁਣ ਦਿਲ ਮੈਂ ਸਾਈਂ ਪ੍ਰਗਟੈ ਦਾ ਭਾਵ ਕੀ ਹੈ? ਪਹਿਲਾਂ ਬੰਦੇ ਦੀ ਹੋਂਦ ਸੀ ਕਿ ਅਕਾਲ ਪੁਰਖ ਨੂੰ ਆਕਾਸ਼ ਵਿੱਚ ਲੱਭਣਾ ਹੈ। ਜਦੋਂ ਉਹਦੀ ਯਾਦ ਵਿੱਚ ਜੁੜਿਆ, ਆਪਣੀ ਹਉਮੈ ਦਾ ਵਜੂਦ ਮਿਟ ਗਿਆ ਅਤੇ ਆਪਣਾ ਆਪ ਹੀ ਪ੍ਰਭੂ ਦਾ ਨਜ਼ਰ ਆਇਆ। ਧਰਮ ਮੰਦਰ ਦੇ ਵਿੱਚ ਰੱਬ ਲੱਭਣ ਜਾਂਦਾ ਸੀ, ਜਦੋਂ ਮਾਲਕ ਦੀ ਯਾਦ ਵਿੱਚ ਪੂਰੀ ਤਰ੍ਹਾਂ ਲਿਵਲੀਨ ਹੋ ਗਿਆ, ਹਿਰਦੇ ਘਰ ਵਿੱਚ ਹੀ ਉਹਦਾ ਪ੍ਰਕਾਸ਼ ਨਜ਼ਰ ਆਇਆ। ਇਸ ਕਰਕੇ ਉਹਦੀ ਸਾਰੀ ਭਟਕਣ ਮੁੱਕ ਗਈ। ਇਸ ਕਰਕੇ ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ। ਇੱਕ ਸੂਫੀ ਸਾਧਕਾਂ ਦਾ ਕਥਨ ਹੈ, ਉਹ ਕਿਸੇ ਜਗ੍ਹਾ ਉਹਨਾਂ ਦੀ ਮਜਲਿਸ ਇਕੱਠੀ ਹੋਈ, ਉਹਨੇ 'ਚ ਨੂੰ ਨਮਾਜ਼ ਦਾ ਸਮਾਂ ਹੋ ਗਿਆ। ਜਿਹੜੀ ਮਸਜਿਦ ਸੀ ਉਹ ਬੜੀ ਦੂਰ ਸੀ ਉੱਥੋਂ। ਜਿਹੜੇ ਦੂਜੇ ਕਹਿਣ ਲੱਗੇ ਜੀ ਮਸਜਿਦ ਬੜੀ ਦੂਰ ਹੈ, ਨਮਾਜ਼ ਦਾ ਸਮਾਂ ਨਾ ਗੁਜ਼ਰ ਜਾਏ, ਕੀ ਕੀਤਾ ਜਾਏ? ਉਹ ਕਹਿਣ ਲੱਗਾ ਕਿ ਆਪਣੇ ਦਿਲਾਂ ਅੰਦਰ ਭਰੋਸੇ ਦਾ ਮੁਸੱਲਾ ਵਿਛਾਓ, ਯਕੀਨ ਦਾ ਮੁਸੱਲਾ ਵਿਛਾਓ, ਅਤੇ ਉੱਥੇ ਆਪਣੇ ਨਫਸ ਨੂੰ ਕੈਦ ਕਰਕੇ ਨਮਾਜ਼ ਦੇ ਨਫਸ ਦਾ ਪਾ ਵਿਗੜਿਆ ਹੋਇਆ ਮਨ, ਨਫਸ ਨੂੰ ਜਿਹੜਾ ਸਾਧ ਕੇ ਅੱਲਾਹ ਤਾਲਾ ਦੀ ਇਬਾਦਤ ਵੱਲ ਲਾਓ, ਸਾਡੀ ਨਮਾਜ਼ ਇੱਥੇ ਹੀ ਹੋ ਜਾਏਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਦਿਲ ਮੈਂ ਸਾਈਂ ਪ੍ਰਗਟੈ। ਬਾਬਾ ਫਰੀਦ ਸਾਹਿਬ ਜੀ ਨੇ ਸ਼ਬਦ ਵਰਤਿਆ ਨਾ ਦਿਲ ਹੋ, ਤਾਂ ਸੂਫੀਆਂ ਦੇ ਵਿੱਚ ਨਾ ਜਿਹੜਾ ਦਿਲ ਹੈ ਇਹ ਮਾਲਕ ਦਾ ਘਰ ਮੰਨਦੇ ਹਨ। ਉਹ ਕਹਿੰਦੇ ਹਨ ਜੇ ਇੱਥੋਂ ਰੱਬ ਨਹੀਂ ਲੱਭਿਆ ਤਾਂ ਕਿਤੋਂ ਹੋਰੋਂ ਨਹੀਂ ਲੱਭਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬੁਝੈ ਬਲੰਤੀ ਨਾਏ। ਤੇ ਜਿਹੜੀ ਤ੍ਰਿਸ਼ਨਾ ਵਾਸ਼ਨਾ ਦੀ ਅੱਗ ਹੈ ਇਹ ਆਪਣੇ ਆਪ ਬੁਝ ਜਾਂਦੀ ਹੈ। ਗੁਰਬਾਣੀ 'ਚ ਨਾ ਵਾਕ ਆਉਂਦਾ, ਗੂਝੀ ਪਾਹੇ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ। ਕਿ ਤ੍ਰਿਸ਼ਨਾ ਦੀ ਅੱਗ ਵਿੱਚ ਸਾਰਾ ਜਗਤ ਸੁਲਗਦਾ ਹੈ, ਪਰ ਜਿਹੜੇ ਮੌਲਾ ਦੇ ਜ਼ਿਕਰ ਵਿੱਚ ਜੁੜੇ ਹਨ ਉਹ ਰੋਜ਼ਾਨਾ ਅੰਮ੍ਰਿਤ ਕੀ, ਜਿਵੇਂ ਉਦਾਹਰਨ ਦੇ ਤੌਰ 'ਤੇ ਕਈ ਸਾਲਾਂ ਤੋਂ ਜਾਂ ਕਿੰਨੀ ਵੱਡੀ ਅੱਗ ਲੱਗੀ ਹੋਵੇ, ਪਰ ਉਹਨੂੰ ਬੁਝਾਉਣ ਦਾ ਇੱਕੋ ਹੀ ਸਰੋਤ ਹੈ ਪਾਣੀ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜੀ ਮਨੁੱਖ ਦੇ ਅੰਦਰ ਤ੍ਰਿਸ਼ਨਾ ਵਾਸ਼ਨਾ ਦੀ ਅੱਗ ਜਲ ਪੈਂਦੀ ਹੈ ਅਤੇ ਉਹਨੂੰ ਮਾਲਕ ਦੇ ਨੂਰ ਨੂੰ ਸਮਝਣ ਤੋਂ ਬਾਂਝ ਕਰ ਦਿੰਦੀ ਹੈ। ਜਿਹੜਾ ਪ੍ਰਭੂ ਦੇ ਨਾਮ ਦਾ ਬੰਦਗੀ ਦਾ ਅਭਿਆਸ ਹੈ ਫਿਰ ਉਹਨੂੰ ਜੀਵਤ ਕਰਦਾ ਹੈ। ਇਸ ਕਰਕੇ ਬੀਬੀ ਰਾਬੀਆ ਅਲ ਬਸਰੀ ਦਾ ਨਾ ਕਹਿਣਾ ਬੜਾ ਸਾਰਥਕ ਹੈ। ਮੈਂ ਆਪਣੇ ਜੀਵਨ ਦੇ ਵਿੱਚ ਰੂਹਾਨੀ ਤਹਿਜੀਬ ਵਾਲੀਆਂ ਬੜੀਆਂ ਇਸਤਰੀਆਂ ਦੇਖੀਆਂ ਨੇ, ਪਰ ਰਾਬੀਆ ਤੋਂ ਪਰਾਂ ਕੋਈ ਨਹੀਂ ਦੇਖੀ। ਰਾਬੀਆ ਦਾ ਇੱਕ ਬੜਾ ਵੱਡਾ ਕਥਨ ਹੈ, ਉਹ ਆਖਦੀ ਹੈ ਕਿ ਬੰਦਗੀ ਦੇ ਸੰਬੰਧ ਵਿੱਚ ਉਹਦਾ ਕਹਿਣਾ ਹੈ ਕਿ ਜਿਹੜਾ ਮਨੁੱਖ ਬੰਦਗੀ ਦੇ ਕਰਮ ਨੂੰ ਅਪਣਾ ਕੇ ਆਪਣਾ ਕੁੱਲ ਜੀਵਨ ਮਾਲਕ ਨੂੰ ਅਰਪਣ ਨਹੀਂ ਕਰਦਾ, ਉਹ ਮਾਲਕ ਜੇਡ ਨਹੀਂ ਹੋ ਸਕਦਾ। ਜਿਹੜਾ ਅਸੀਂ ਸਾਨੂੰ ਬਾਣੀ 'ਚ ਵਾਕ ਪੜ੍ਹਦੇ ਨਾ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਉਹਦੇ ਵੀ ਬੜੇ ਭਾਵ ਨੇ। ਮੈਂ ਕਿਸੇ ਦਿਨ ਇਹਦਾ ਬਣਾਉਣ ਦਾ ਯਤਨ ਕੀਤਾ ਸੀ ਕਿ ਇਹਦੇ 25-30 ਨੁਕਤੇ ਹੋਣ ਕਿ ਬੰਦੇ ਨੂੰ ਸਮਝ ਆਵੇ ਕਿ ਮਨ ਵੇਚਣਾ ਕੀ ਹੁੰਦਾ ਹੈ। ਜਿਵੇਂ ਉਹਦੇ ਵਿੱਚ ਇੱਕ ਨੁਕਤਾ ਬਣਾਇਆ ਸੀ ਕਿ ਕਿਸੇ ਨੇ ਕਿਹਾ ਜੀ ਮੇਰਾ ਮਨ ਨਹੀਂ ਕਰਦਾ ਕਥਾ ਸੁਣਨ ਨੂੰ। ਮੈਂ ਕਿਹਾ ਤੇਰੇ ਮਨ ਦਾ ਸੁਭਾਅ, ਜੇ ਗੁਰੂ ਨੂੰ ਵੇਚੇਂਗਾ ਤਾਂ ਫਿਰ ਕਥਾ ਸੁਣਨੀ ਪਏਗੀ, ਕਿਉਂਕਿ ਗੁਰੂ ਦੀ ਨਜ਼ਰ ਦੇ ਵਿੱਚ ਅਧਿਆਤਮ ਕਰਮ ਕਰਨ ਦੇ ਲਈ ਸ਼ਬਦ ਦੀ ਵਿਚਾਰ ਜ਼ਰੂਰੀ ਹੈ। ਪਤਾ ਹੋਵੇ ਨਾ ਕਿ ਜਿਹੜੀ ਗੱਲ ਕਰ ਰਹੇ ਉਹਦੇ ਢੰਗ ਕੀ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ। ਮਾਲਕ ਦਾ ਨੂਰ ਹਿਰਦੇ ਘਰ ਵਿੱਚ ਨਜ਼ਰ ਆ ਜਾਂਦਾ ਹੈ, ਕਿਸੇ ਤਰ੍ਹਾਂ ਦੀ ਭਟਕਣ ਨਹੀਂ ਮੰਗਦੀ। ਇਸ ਕਰਕੇ ਗੁਰਬਾਣੀ 'ਚ ਵਾਕ ਦੇਖੋ, ਸਭ ਗੁਰਬਾਣੀ 'ਚ ਸਤਿਗੁਰੂ ਸਾਹਿਬ ਜੀ ਦੇ ਵਾਕ ਆਉਂਦੇ ਹਨ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ
ਬਨ ਆਈ। ਇਹਦਾ ਕੀ ਭਾਵ ਹੈ? ਇਹਦਾ ਭਾਵ ਇਹ ਹੈ, ਉਂਝ ਬੰਦਾ ਕਹੇਗਾ ਇਹ ਦੂਜੀ ਭਾਸ਼ਾ, ਦੂਜਾ ਖੇਤਰ, ਦੂਜਾ ਪ੍ਰਾਂਤ ਹੈ, ਪਰ ਜਦੋਂ ਆਤਮ ਸਰੂਪ ਦੀ ਏਕਤਾ ਨੂੰ ਬੁੱਝ ਲਿਆ ਫਿਰ ਸਾਰੇ ਇੱਕੋ ਹੀ ਨਜ਼ਰ ਆਉਂਦੇ ਹਨ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੁਝੈ ਬਲੰਤੀ ਨਾਏ, ਉਹ ਤ੍ਰਿਸ਼ਨਾ ਦੀ ਅੱਗ ਬਣ ਜਾਏ ਅਤੇ ਮਾਲਕ ਦੀ ਯਾਦ ਦੀ ਚਾਹਤ। ਇਸ ਕਰਕੇ ਜਿਹੜਾ ਸਿਮਰਨ ਦਾ ਜੀਵਨ ਹੈ ਉਹ ਵੱਡਾ ਕਿਹਾ ਜਾਂਦਾ ਕਿ ਦੁਨਿਆਵੀ ਖਾਹਿਸ਼ ਆਪਣੀ ਅਕਲ ਦੇ ਤਾਣ ਨਾਲ ਨਹੀਂ ਮਿਟਦੀ। ਮਾਝੀ ਹਦੀਸਾਂ ਪੜ੍ਹ ਰਿਹਾ ਸੀ, ਉਹਦੇ ਵਿੱਚ ਜ਼ਿਕਰ ਆਇਆ ਕਿ ਅਕਲ ਦਾ ਤੇਜ, ਜਿਹੜਾ ਅਕਲ ਦੀ ਤੇਜ਼ਗੀ ਅਤੇ ਅਕਲ ਦਾ ਵਹਾਅ ਅਤੇ ਸੁਭਾਅ ਦੀ ਤੇਜ਼ੀ ਰੂਹਾਨੀ ਮਾਰਗ 'ਤੇ ਕੰਮ ਨਹੀਂ ਆਉਂਦੇ, ਉੱਥੇ ਅਭਿਆਸ ਹੀ ਕੰਮ ਆਉਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੁਝੈ ਬਲੰਤੀ ਨਾਏ। ਹੌਲੀ ਹੌਲੀ ਜਦੋਂ ਅਭਿਆਸ ਕਰਦਾ ਫਿਰ ਮਨੁੱਖ ਦਾ ਜੀਵਨ ਸਹਿਜ ਹੁੰਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਨਿਵਾਜਿਸ਼ ਕਰਦੇ ਹਨ, ਕਿਰਪਾ ਕਰਨ ਸਾਡੇ ਹਿਰਦੇ ਅੰਦਰ ਸ਼ਬਦ ਦਾ ਭਾਵ ਉਪਦੇਸ਼ ਵਸ ਜਾਏ ਜੀ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।